ਹੈਲੋ ਬੱਚਿਓ, ਅੱਜ ਤੁਹਾਡੇ ਲਈ ਇੱਕ ਨਵਾਂ ਟੌਪਿਕ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਭਾਰਤ ਦੇ ਰਾਸ਼ਟਰਪਤੀ। ਬੱਚਿਓ, ਤੁਹਾਨੂੰ ਪਤਾ ਹੀ ਹੋਣਾ ਵੀ ਭਾਰਤ ਦਾ ਰਾਸ਼ਟਰਪਤੀ ਭਾਰਤ ਦਾ ਪਹਿਲਾ ਨਾਗਰਿਕ ਹੁੰਦਾ ਹੈ ਅਤੇ ਆਪਣੀਆਂ ਤਿੰਨੇ ਸੈਨਾਵਾਂ ਦਾ ਮੁਖੀ ਹੁੰਦਾ ਹੈ ਜੀ। ਤਾਂ ਬੱਚਿਓ, ਭਾਰਤ ਦੇ ਰਾਸ਼ਟਰਪਤੀ ਬਾਰੇ ਤੁਹਾਨੂੰ ਯਾਦ ਕਰਨਾ ਤੁਹਾਨੂੰ ਬਹੁਤ ਔਖਾ ਹੋਊਗਾ, ਪਰ ਆਪਾਂ ਇਹਨਾਂ ਨੂੰ ਯਾਦ ਨਹੀਂ ਕਰਦੇ। ਇਹਨਾਂ ਰਾਸ਼ਟਰਪਤੀਆਂ ਜਿੰਨੇ ਵੀ ਹੋਏ ਨੇ ਯਾਦ ਕਰਦੇ, ਉਹਨਾਂ ਦੇ ਫੈਕਟ ਜਾਣਾਂਗੇ, ਉਹਨਾਂ ਦੀ ਪਰਸਨੈਲਿਟੀ ਬਾਰੇ ਜਾਣਾਂਗੇ, ਉਹਨਾਂ ਦੇ ਕੰਮਾਂ ਬਾਰੇ ਜਾਣਾਂਗੇ, ਤਾਂ ਕਿ ਤੁਹਾਨੂੰ ਉਹਨਾਂ ਦੀ ਪ੍ਰਤਿਭਾਸ਼ੀਲ ਪਰਸਨੈਲਿਟੀ ਬਾਰੇ ਪਤਾ ਲੱਗੇ। ਬੱਚਿਓ, ਤੁਹਾਨੂੰ ਪਤਾ ਹੀ ਹੈ ਵੀ ਪਾਰਲੀਮੈਂਟ ਭਾਰਤ ਦੀ ਲੋਕ ਸਭਾ, ਰਾਜ ਸਭਾ ਪਲੱਸ ਰਾਸ਼ਟਰਪਤੀ ਨਾਲ ਬਣਦੀ ਹੈ। ਕੋਈ ਵੀ ਭਾਰਤ ਦਾ ਬਿੱਲ ਹੈ, ਕੋਈ ਵੀ ਕਾਨੂੰਨ ਹੈ, ਕੋਈ ਵੀ ਲਾਅ ਹੈ, ਉਹ ਬਗੈਰ ਰਾਸ਼ਟਰਪਤੀ ਦੇ ਲਾਗੂ ਨਹੀਂ ਹੋਊਗਾ, ਪਾਸ ਨਹੀਂ ਹੁੰਦਾ। ਰਾਸ਼ਟਰਪਤੀ ਸਾਈਨ ਕਰਦਾ ਹੈ, ਰਾਸ਼ਟਰਪਤੀ ਉਹਨੂੰ ਜਾਰੀ ਕਰਦਾ ਹੈ। ਇੱਥੋਂ ਤੱਕ ਕਿ ਜੇ ਵੀ ਐਮਰਜੈਂਸੀ ਲਾਉਣੀ ਹੋਵੇ, ਕਰਫਿਊ ਲਾਉਣਾ ਹੋਵੇ, ਫਿਰ ਵੀ ਰਾਸ਼ਟਰਪਤੀ ਦੀ ਪ੍ਰਵਾਨਗੀ ਲੈਣੀ ਅਤੀ ਜ਼ਰੂਰੀ ਹੁੰਦੀ ਹੈ। ਉਹਦੇ ਸਿਗਨੇਚਰ ਬਹੁਤ ਜ਼ਰੂਰੀ ਹੁੰਦੇ ਨੇ। ਤਾਂ ਬੱਚਿਓ, ਆਓ ਆਪਾਂ ਵੱਖ ਵੱਖ ਰਾਸ਼ਟਰਪਤੀਆਂ ਬਾਰੇ ਜਾਣੀਏ, ਤਾਂ ਕਿ ਤੁਹਾਨੂੰ ਇਹਨਾਂ ਨੂੰ ਯਾਦ ਕਰਨ ਦੀ ਲੋੜ ਨਾ ਪਵੇ। ਇਹਨਾਂ ਦੇ ਫੈਕਟ, ਇਹਨਾਂ ਦੇ ਕੰਮਾਂ ਤੋਂ ਹੀ ਤੁਹਾਨੂੰ ਅਗਲੇ ਆਉਣ ਵਾਲੇ ਪੇਪਰਾਂ ਦੇ ਵਿੱਚ ਤੁਹਾਨੂੰ ਸਿਖਾਈ ਹੋ ਜਾ ਕਰੇ ਕਿਸ ਤਰ੍ਹਾਂ ਦੇ ਰਾਸ਼ਟਰਪਤੀ ਕਿਸ ਤਰ੍ਹਾਂ ਦੇ ਕੰਮ ਸਨ। ਬੱਚਿਓ, ਪਹਿਲਾ ਰਾਸ਼ਟਰਪਤੀ ਤੁਹਾਡੇ ਸਾਹਮਣੇ ਹੈ ਡਾਕਟਰ ਰਾਜਿੰਦਰ ਪ੍ਰਸਾਦ। ਡਾਕਟਰ ਰਾਜਿੰਦਰ ਪ੍ਰਸਾਦ ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ, ਜਿਨ੍ਹਾਂ ਦਾ ਕਾਲ 1950 ਤੋਂ ਲੈ ਕੇ 1962 ਤੱਕ ਹੈ। ਬੱਚੇ, ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ, ਜੇ ਤੁਹਾਨੂੰ ਪੁੱਛ ਲਿਆ ਜਾਵੇ ਵੀ ਪਹਿਲਾ ਅਜਿਹਾ ਰਾਸ਼ਟਰਪਤੀ ਨਾਮ ਦੱਸੋ ਜਿਹੜੇ 2 ਵਾਰ ਬਣੇ, ਤਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਕੁਐਸਚਨ ਹੋਣਾ ਚਾਹੀਦਾ ਹੈ ਵੀ ਆਜ਼ਾਦ ਭਾਰਤ ਦੇ ਵਿੱਚ ਇੱਕੋ ਇੱਕ ਰਾਸ਼ਟਰਪਤੀ ਨੇ ਆਪਣੇ, ਡਾਕਟਰ ਰਾਜਿੰਦਰ ਪ੍ਰਸਾਦ, ਜਿਹੜੇ 2 ਵਾਰ ਬਣੇ। ਬੱਚਿਓ, ਤੁਹਾਨੂੰ ਮੈਂ ਇੱਕ ਹੋਰ ਦੱਸ ਦੇਣਾ ਚਾਹੁੰਦਾ, ਇੰਟਰਸਟਿੰਗ ਫੈਕਟ ਹੈ, ਅਮਰੀਕਾ ਦੇ ਵਿੱਚ ਸਿਰਫ ਰਾਸ਼ਟਰਪਤੀ 2 ਵਾਰ ਬਣ ਸਕਦਾ ਹੈ, ਇਸ ਤੋਂ ਵੱਧ ਚੋਣ ਨਹੀਂ ਲੜ ਸਕਦਾ। ਬਟ ਭਾਰਤ ਦੇ ਵਿੱਚ 2 ਵਾਰ ਵੀ ਬਣ ਸਕਦਾ, 3 ਵਾਰ ਵੀ ਬਣ ਸਕਦਾ, 4 ਵਾਰ ਵੀ। ਭਾਰਤ ਦੇ ਵਿੱਚ ਰਾਸ਼ਟਰਪਤੀ ਕਿੰਨੀ ਵਾਰ ਦੀ ਮਰਜ਼ੀ ਬਣ ਜੇ, ਉਹਦੇ 'ਤੇ ਕੋਈ ਵੀ ਕਿਸ ਤਰ੍ਹਾਂ ਦਾ ਕੋਈ ਵੀ ਬੈਨ ਨਹੀਂ ਹੈ। ਤਾਂ ਬੱਚਿਓ, ਤੁਹਾਨੂੰ ਪਤਾ ਹੋਣਾ ਚਾਹੀਦਾ। ਬੱਚਿਓ, ਮੈਂ ਤੁਹਾਨੂੰ ਡਾਕਟਰ ਰਾਜਿੰਦਰ ਪ੍ਰਸਾਦ ਦੀ ਪਰਸਨੈਲਿਟੀ ਬਾਰੇ ਦੱਸਾਂ। ਇਹਨਾਂ ਨੂੰ ਤੁਸੀਂ ਅਕਸਰ ਮਹਾਤਮਾ ਗਾਂਧੀ ਜੀ ਦੇ ਨਾਲ ਪਿਕਚਰਾਂ ਦੇ ਵਿੱਚ, ਫੋਟੋਆਂ ਦੇ ਵਿੱਚ ਦੇਖੋਗੇ। ਇੱਥੋਂ ਤੱਕ ਕਿ ਇਹਨਾਂ ਨੇ ਨਮਕ ਸੱਤਿਆਗ੍ਰਹਿ ਦੌਰਾਨ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ। ਉਹਨਾਂ ਦੇ ਨਾਲ ਫੋਟੋ ਦੇਖੋ ਤੁਸੀਂ। ਭਾਰਤ ਛੱਡੋ ਅੰਦੋਲਨ ਦੇ ਵਿੱਚ ਬਹੁਤ ਹਿੱਸਾ ਲਿੱਤਾ। ਇੱਥੋਂ ਤੱਕ ਕਿ ਅਰੈਸਟ ਹੋਏ, ਫੜੇ ਗਏ, ਜੇਲ੍ਹ ਵੀ ਕੱਟੀ ਇਹਨਾਂ ਨੇ। ਨਾਮ ਮਿਲਵਰਤਨ ਦੇ ਵਿੱਚ ਇਹਨਾਂ ਦਾ ਬਹੁਤ ਚੰਗਾ ਯੋਗਦਾਨ ਸੀ, ਡਾਕਟਰ ਰਾਜਿੰਦਰ ਪ੍ਰਸਾਦ ਦਾ। ਤਾਂ ਬੱਚਿਓ, ਇਸ ਕਰਕੇ ਇਹਨਾਂ ਨੂੰ ਭਾਰਤ ਦੇ ਪਹਿਲੇ ਰਾਸ਼ਟਰਪਤੀ, ਚੰਗੇ ਰਾਜਨੀਤੀਵਾਨ, ਚੰਗੀ ਪਰਸਨੈਲਿਟੀ ਦੇ ਮਾਲਕ ਹੋਣ ਦੇ ਕਰਕੇ ਇਹਨਾਂ ਨੂੰ ਭਾਰਤ ਦੇ ਪਹਿਲੇ ਰਾਸ਼ਟਰਪਤੀ ਚੁਣਿਆ ਗਿਆ ਸੀ। ਭਾਰਤ ਸਰਕਾਰ ਨੇ ਬੱਚਿਓ ਇਹਨਾਂ ਨੂੰ ਭਾਰਤ ਰਤਨ ਦਿੱਤਾ ਗਿਆ। ਭਾਰਤ ਸਰਕਾਰ ਵੱਲੋਂ ਇਹਨਾਂ ਨੂੰ ਭਾਰਤ ਰਤਨ ਦਿੱਤਾ ਗਿਆ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਭਾਰਤ ਰਤਨ ਭਾਰਤ ਦਾ ਬਹੁਤ ਵੱਡਾ ਕੀ ਸਭ ਤੋਂ ਵੱਡਾ ਅਵਾਰਡ ਹੈ। ਉਹ ਵੀ ਇਹਨਾਂ ਨੂੰ ਪ੍ਰਾਪਤ ਹੈ। ਬੱਚਿਓ, ਇਹਨਾਂ ਦਾ ਜਨਮ ਬਿਹਾਰ ਸਟੇਟ ਦੇ ਵਿੱਚ ਹੋਇਆ ਸੀ। ਉੱਥੋਂ ਇਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ ਅਤੇ ਉੱਥੋਂ ਹੀ ਇਹਨਾਂ ਨੇ ਆਪਣੇ ਜਿਹੜੇ ਰਾਜਨੀਤਿਕ ਕੈਰੀਅਰ ਸੀ ਇਹਨਾਂ ਦਾ ਉੱਥੋਂ ਸ਼ੁਰੂ ਕੀਤਾ, ਅਤੇ ਆਪਣਾ ਅੱਗੇ ਭਾਰਤ ਦੀ ਆਜ਼ਾਦੀ ਲਈ ਲਗਾਤਾਰ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਂਦੇ ਗਏ, ਅਤੇ ਆਪਾਂ ਨੂੰ ਭਾਰਤ ਆਜ਼ਾਦ ਕਰਵਾਉਣ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਬੱਚਿਓ, ਇਹਨਾਂ ਨੇ ਬਹੁਤ ਆਪਦੀ ਆਤਮ ਕਥਾ ਲਿਖੀ ਹਿੰਦੀ ਦੇ ਵਿੱਚ 1946 ਦੇ ਵਿੱਚ, ਅਤੇ ਕਿਤਾਬਾਂ ਲਿਖੀਆਂ ਮਹਾਤਮਾ ਗਾਂਧੀ ਅਤੇ ਬਿਹਾਰ, ਸੱਤਿਆਗ੍ਰਹਿ ਇਨ ਚੰਪਾਰਨ, ਐਟ ਦਾ ਫੀਟ ਆਫ ਮਹਾਤਮਾ ਗਾਂਧੀ। ਇਹ ਬੱਚਿਓ ਕਿਤਾਬਾਂ ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਤੋਂ ਪਤਾ ਲੱਗਦਾ ਵੀ ਇਹ ਚੰਗੇ ਲਿਖਾਰੀ ਵੀ ਸਨ, ਰਾਈਟਰ ਵੀ ਚੰਗੇ ਸਨ। ਇਸ ਤੋਂ ਬਾਅਦ ਬੱਚਿਓ ਦੂਸਰੇ ਆਪਣੇ ਰਾਸ਼ਟਰਪਤੀ ਨੇ ਸਰਵਪੱਲੀ ਰਾਧਾਕ੍ਰਿਸ਼ਨ। ਬੱਚੇ, ਤੁਹਾਨੂੰ ਪਤਾ ਹੀ ਹੋਣਾ ਵੀ ਇਹ ਇੱਕ ਮਹਾਨ ਟੀਚਰ ਵੀ ਰਹੇ ਨੇ, ਫਿਲੋਸਫਰ ਵੀ ਰਹੇ ਨੇ। ਅਸੀਂ ਇਹਨਾਂ ਨੂੰ
ਯਾਦ ਵੀ ਕਰਦੇ ਹਾਂ ਟੀਚਰ ਡੇ 'ਤੇ। 5 ਸਤੰਬਰ ਨੂੰ ਇਹਨਾਂ ਦੇ ਜਨਮ ਦਿਨ 'ਤੇ ਅਸੀਂ ਟੀਚਰ ਡੇ ਵੀ ਮਨਾਉਂਦੇ ਹਾਂ। ਤੁਹਾਨੂੰ ਪਤਾ ਹੋਣਾ ਅੱਜ ਤੋਂ ਬਾਅਦ ਇਹ ਭੁੱਲਣਾ ਨਹੀਂ ਵੀ ਟੀਚਰ ਡੇ ਕਿਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਤਾਂ ਸਾਡੇ ਉਸ ਘੈਂਟ ਗ੍ਰੇਟ ਫਿਲਾਸਫਰ, ਟੀਚਰ, ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ, ਐਸ ਕ੍ਰਿਸ਼ਨਨ ਵੀ ਕਹਿੰਦੇ ਨੇ, ਉਹਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਤਾਂ ਬੱਚੋ ਇਹ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਵੀ ਸਨ। ਜੇ ਤੁਹਾਨੂੰ ਪੁੱਛ ਲਿਆ ਜਾਵੇ, ਦੂਸਰੇ ਤਾਂ ਰਾਸ਼ਟਰਪਤੀ ਨੇ, ਤੁਹਾਨੂੰ ਪਤਾ ਹੀ ਲੱਗ ਚੁੱਕਿਆ, ਪਰ ਜੇ ਤੁਹਾਨੂੰ ਪੁੱਛ ਲਿਆ ਜਾਵੇ ਵੀ ਭਾਰਤ ਦੇ ਪਹਿਲੇ ਪਹਿਲੇ ਉਪ ਰਾਸ਼ਟਰਪਤੀ ਦਾ ਨਾਮ ਦੱਸੋ, ਤਾਂ ਉਹ ਬੱਚੋ ਨੇ ਐਸ ਰਾਧਾ ਕ੍ਰਿਸ਼ਨਨ। ਬੱਚੋ ਇੱਕ ਹੋਰ ਇੰਟਰਸਟਿੰਗ ਫੈਕਟ ਹੈ, ਇੱਕ ਰਾਸ਼ਟਰੀ ਐਮਰਜੈਂਸੀ ਲੱਗਦੀ ਹੈ 1962 ਦੇ ਵਿੱਚ ਪਹਿਲੀ ਵਾਰੀ ਲੱਗੀ ਸੀ ਰਾਸ਼ਟਰੀ ਐਮਰਜੈਂਸੀ। ਤਾਂ ਇਹਨਾਂ ਦੇ ਦੌਰਾਨ ਹੀ ਉਹ ਰਾਸ਼ਟਰਪਤੀ ਜਦੋਂ ਇਹ ਰਾਸ਼ਟਰਪਤੀ ਦੇ ਕਾਰਜਕਾਲ ਦੇ ਉੱਤੇ ਬੈਠੇ ਸੀ 1962 ਦੇ ਵਿੱਚ, ਉਸ ਦੌਰਾਨ ਹੀ ਪਹਿਲੀ ਰਾਸ਼ਟਰੀ ਐਮਰਜੈਂਸੀ ਲੱਗੀ ਸੀ। ਕਿਉਂ ਲੱਗੀ ਸੀ ਇਹ ਤੁਹਾਨੂੰ ਪਤਾ ਹੀ ਹੈ ਵੀ 1962 ਦੇ ਵਿੱਚ ਚੀਨ ਅਤੇ ਭਾਰਤ ਦਾ ਯੁੱਧ ਹੋਇਆ ਸੀ। ਤਾਂ ਬਹੁਤ ਅੱਛਾ ਇੰਟਰਸਟਿੰਗ ਫੈਕਟ ਹੈ ਬੱਚਿਓ, ਯਾਦ ਰੱਖਣਾ ਹੈ ਆਪਣੇ ਦੂਸਰੇ ਰਾਸ਼ਟਰਪਤੀ। ਤੁਹਾਡੇ ਦਿਮਾਗ ਦੇ ਵਿੱਚ ਆਊਗਾ ਵੀ ਦੂਸਰੇ ਜਦੋਂ 1962 ਦੇ ਵਿੱਚ ਚੀਨ ਯੁੱਧ ਲੱਗੇ ਸੀ ਉਸ ਵੇਲੇ ਰਾਸ਼ਟਰਪਤੀ ਕੌਣ ਸਨ। ਤੁਹਾਡੇ ਦਿਮਾਗ ਦੇ ਵਿੱਚ ਝੱਟ ਇਹ ਖਿਆਲ ਆਊਗਾ ਵੀ ਉਸ ਵੇਲੇ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ ਸਨ, ਜਿਨ੍ਹਾਂ ਦੇ ਜਨਮ ਦਿਨ 'ਤੇ ਸਾਡਾ ਟੀਚਰ ਡੇ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਬੱਚੇ ਬਹੁਤ ਅੱਛੇ ਫਿਲਾਸਫਰ ਨੇ ਇਹ। ਤਾਂ ਮੈਂ ਤੁਹਾਨੂੰ ਦੱਸ ਰਿਹਾ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਵੀ ਇਹੀ ਸਨ। ਜੇ ਤੁਹਾਨੂੰ ਪੁੱਛਿਆ ਬਨਾਰਸ ਹਿੰਦੂ ਯੂਨੀਵਰਸਿਟੀ ਬਹੁਤ ਪੁਰਾਣੀ ਯੂਨੀਵਰਸਿਟੀ ਵਿੱਚੋਂ ਇਹਨਾਂ ਦੇ ਪਹਿਲੇ ਵਾਈਸ ਚਾਂਸਲਰ ਇਹੀ ਸਨ। ਤਾਂ ਇਹਨਾਂ ਨੂੰ ਨਾਈਟਹੁੱਡ ਦੀ ਉਪਾਧੀ ਵੀ ਮਿਲੀ ਹੋਈ ਸੀ 1931 ਦੇ ਵਿੱਚ। ਅਤੇ ਬੱਚੋ ਹੋਰ ਜਿਸ ਤਰ੍ਹਾਂ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਭਾਰਤ ਰਤਨ ਮਿਲਿਆ ਸੀ, ਭਾਰਤ ਰਤਨ ਨਾਲ ਸਾਡੇ ਪਿਆਰੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ ਵੀ ਸਨਮਾਨਿਤ ਨੇ। 1954 ਦੇ ਵਿੱਚ ਇਹਨਾਂ ਨੂੰ ਭਾਰਤ ਰਤਨ ਮਿਲ ਗਿਆ ਸੀ। ਬੱਚੋ ਇਹਨਾਂ ਨੇ ਆਪਣੇ ਯੂਨੈਸਕੋ ਦੇ ਵਿੱਚ ਰਿਪ੍ਰਜੈਂਟ ਵੀ ਕੀਤਾ ਭਾਰਤ ਨੂੰ 1946 ਤੋਂ 52 ਤੱਕ। ਇਹਨਾਂ ਦੀ ਪਹਿਲੀ ਕਿਤਾਬ ਫਿਲਾਸਫੀ ਆਫ ਦਾ ਰਵਿੰਦਰਨਾਥ ਟੈਗੋਰ, ਇਹ ਬੱਚੋ ਐਗਜ਼ਾਮ ਦੇ ਵਿੱਚ ਬਹੁਤ ਪੁੱਛੀ ਜਾਂਦੀ ਹੈ। ਜਦੋਂ ਤੁਸੀਂ NTSC ਦਾ NMS ਦਾ ਪੇਪਰ ਦਿਓਗੇ ਨਾ, ਉੱਥੇ ਇਹੋ ਜਿਹੇ ਕੁਐਸਚਨ ਪੁੱਛੇ ਜਾਂਦੇ ਨੇ। ਫਿਲਾਸਫੀ ਆਫ ਦਾ ਰਵਿੰਦਰਨਾਥ ਟੈਗੋਰ ਕਿਸ ਦੀ ਕਿਤਾਬ ਹੈ, ਜਾਂ ਪ੍ਰਿੰਸੀਪਲ ਉਪਨਿਸ਼ਦ ਕਿਸ ਦੀ ਕਿਤਾਬ ਹੈ, ਤਾਂ ਆਪਣੇ ਦੂਸਰੇ ਰਾਸ਼ਟਰਪਤੀ ਡਾਕਟਰ S ਰਾਧਾ ਕ੍ਰਿਸ਼ਨ ਦੀ ਹੈ ਬੱਚੇ, ਪਹਿਲੇ ਵਾਈਸ ਪ੍ਰੈਜ਼ੀਡੈਂਟ ਸੀ, ਯਾਦ ਰੱਖਣਾ। ਬੱਚਿਓ ਅਗਲੇ ਆਪਣੇ ਰਾਸ਼ਟਰਪਤੀ ਨੇ ਡਾਕਟਰ ਜ਼ਾਕਿਰ ਹੁਸੈਨ। ਬੱਚੇ ਮੇਰੇ ਫੇਵਰੇਟ ਰਹੇ ਹੋਏ ਨੇ, ਭਾਵੇਂ ਮੈਂ ਆਪਣਾ ਆਈਡੀਅਲ ਆਪਣੇ ਰਾਸ਼ਟਰਪਤੀ ਡਾਕਟਰ AJP ਅਬਦੁਲ ਕਲਾਮ ਨੂੰ ਮੰਨਦਾ, ਪਰ ਇਹਨਾਂ ਦੀ ਪ੍ਰਤਿਭਾ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ। ਡਾਕਟਰ ਜ਼ਾਕਿਰ ਹੁਸੈਨ ਬਸ ਉਹ ਇੱਕ ਵਾਰ ਇਹ ਹੋਸਟਲ ਦੇ ਵਿੱਚ ਗਏ, ਕਿਸੇ ਕਾਲਜ ਦੇ ਵਿੱਚ ਗਏ, ਉੱਥੇ ਇਹਨੇ ਦੇਖਿਆ ਵੀ ਕੁਛ ਬੱਚਿਆਂ ਨੇ ਰੋਟੀ ਅੱਧੀ ਛੱਡ ਕੇ ਅਤੇ ਡਸਟਬਿਨ ਦੇ ਵਿੱਚ ਡਿੱਗੀ ਹੋਈ ਸੀ ਰੋਟੀਆਂ। ਉੱਥੋਂ ਬੱਚੇ ਉਹਨਾਂ ਨੇ ਰੋਟੀ ਚੱਕੀ ਅਤੇ ਉਹਨਾਂ ਨੂੰ ਸੰਦੇਸ਼ ਦਿੱਤਾ ਵੀ ਇਸ ਲਈ ਅੱਧਾ ਭਾਰਤ ਤਰਸ ਰਿਹਾ ਹੈ। ਚਲੋ ਬੱਚਿਓ ਇਹਨਾਂ ਬਾਰੇ ਆਪਾਂ ਜ਼ਾਕਿਰ ਹੁਸੈਨ ਬਾਰੇ ਹੋਰ ਗੱਲਾਂ ਕਰਦੇ ਵੀ ਐਜੂਕੇਸ਼ਨਲ ਥਿੰਕਰ ਬਹੁਤ ਤਕੜੇ ਨੇ। ਜੇ ਤੁਹਾਨੂੰ ਪੁੱਛ ਲਿਆ ਵੀ ਐਜੂਕੇਸ਼ਨ ਥਿੰਕਰ ਬਹੁਤ ਅੱਛੇ ਨੇ। ਜੇ ਤੁਹਾਨੂੰ ਪੁੱਛ ਲਿਆ ਜਾਵੇ ਭਾਰਤ ਦੇ ਪਹਿਲੇ ਮੁਸਲਿਮ ਰਾਸ਼ਟਰਪਤੀ ਕੌਣ ਸੀ, ਤਾਂ ਬੱਚੇ ਭੁੱਲਣਾ ਨਹੀਂ, ਭਾਰਤ ਦੇ ਪਹਿਲੇ ਮੁਸਲਿਮ ਰਾਸ਼ਟਰਪਤੀ ਦੇ ਅਹੁਦੇ 'ਤੇ ਡਾਕਟਰ ਜ਼ਾਕਿਰ ਹੁਸੈਨ ਹੀ ਹੈ। ਡਾਕਟਰ ਜ਼ਾਕਿਰ ਹੁਸੈਨ ਬੱਚਿਓ ਪਦਮ ਭੂਸ਼ਣ ਨਾਲ ਸਨਮਾਨਿਤ ਨੇ। ਫਿਰ ਇਸ ਤੋਂ ਬਾਅਦ ਭਾਰਤ ਰਤਨ ਵੀ ਇਹਨਾਂ ਨੂੰ ਮਿਲਿਆ 1963 ਦੇ ਵਿੱਚ। ਬੱਚਿਓ ਬਿਹਾਰ ਤੋਂ ਇਹਨਾਂ ਨੇ ਪਹਿਲਾਂ ਰਾਜ ਸਭਾ ਦੇ ਮੈਂਬਰ ਵੀ ਰਹੇ, ਗਵਰਨਰ ਵੀ ਰਹੇ। ਤਾਂ ਬੱਚਿਓ ਇੱਕ ਹੋਰ ਇੰਟਰਸਟਿੰਗ ਫੈਕਟ ਹੈ, ਪਹਿਲਾ ਉਪ ਰਾਸ਼ਟਰਪਤੀ ਆਪਾਂ ਤੁਹਾਨੂੰ ਦੱਸ ਰਹੇ ਸੀ S ਰਾਧਾ ਕ੍ਰਿਸ਼ਨ ਸੀ, ਦੂਸਰੇ ਉਪ ਰਾਸ਼ਟਰਪਤੀ ਵੀ ਇਹੀ ਸਨ, ਜ਼ਾਕਿਰ ਹੁਸੈਨ ਦੂਸਰੇ ਉਪ ਰਾਸ਼ਟਰਪਤੀ ਗੱਲ ਕਰ ਰਿਹਾ ਬੱਚਿਓ ਮੈਂ। ਤੀਸਰੇ ਇਹ ਰਾਸ਼ਟਰਪਤੀ ਸਨ, ਦੂਸਰੇ ਉਪ ਰਾਸ਼ਟਰਪਤੀ। ਇਹ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਹੋਣਾ ਚਾਹੀਦਾ ਬੱਚਿਓ। ਇਸ ਤੋਂ ਬਾਅਦ ਬੱਚਿਓ ਕੋ-ਫਾਊਂਡਰ ਜਾਮੀਆ ਮਾਲੀਆ ਇਸਲਾਮੀਆ ਯੂਨੀਵਰਸਿਟੀ ਹੈ ਬੱਚਿਓ ਇੱਕ, ਉਹਨਾਂ ਦੇ ਕੋ-ਫਾਊਂਡਰ ਵੀ ਨੇ ਇਹ, ਕੌਣ, ਡਾਕਟਰ ਜ਼ਾਕਿਰ ਹੁਸੈਨ। ਜਨਮ ਇਹਨਾਂ ਦਾ ਬੱਚਿਓ ਹੈਦਰਾਬਾਦ ਦੇ ਵਿੱਚ ਹੋਇਆ।
ਤੇ ਇਸ ਦੌਰਾਨ ਇਹਨਾਂ ਨੇ ਬੱਚੋ ਆਪਣੀ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ। ਖਿਲਾਫਤ ਅੰਦੋਲਨ ਦੇ ਵਿੱਚ, ਨਾ ਮਿਲਵਰਤਨ ਅੰਦੋਲਨ ਦੇ ਵਿੱਚ ਇਹਨਾਂ ਨੇ ਬਹੁਤ ਹੀ ਵੱਧ ਚੜ੍ਹ ਕੇ ਹਿੱਸਾ ਲਿੱਤਾ ਹੈ। ਤਾਂ ਇਹਨਾਂ ਦਾ ਨਾਮ ਅਕਸਰ ਤੁਸੀਂ ਮਾਡਰਨ ਹਿਸਟਰੀ ਦੇ ਵਿੱਚ ਪੜ੍ਹੋਗੇ। ਬੱਚਿਓ, ਇਹਨਾਂ ਦੀ ਅਹੁਦੇ ਦੌਰਾਨ ਮੌਤ ਹੋ ਗਈ ਸੀ। ਅਹੁਦੇ ਦੌਰਾਨ ਮੌਤ ਹੋ ਗਈ ਸੀ ਬੱਚਿਓ ਇਹਨਾਂ ਦੀ। ਕਿਹਨਾਂ ਦੀ? ਡਾਕਟਰ ਜ਼ਾਕਿਰ ਹੁਸੈਨ ਦੀ। ਅਗਲੇ ਰਾਸ਼ਟਰਪਤੀ ਬੱਚਿਓ ਆਪਣੇ ਨੇ BV ਗਿਰੀ। ਤੁਹਾਨੂੰ ਸਕਰੀਨ 'ਤੇ ਦਿਸੀ ਹੋਇਆ ਬੱਚਾ BV ਗਿਰੀ, ਓਨਲੀ ਪਰਸਨ ਇਲੈਕਟਡ ਐਜ਼ ਐਨ ਇੰਡੀਪੈਂਡੈਂਟ ਕੈਂਡੀਡੇਟ। ਇਹਨਾਂ ਦਾ ਕਾਲ ਹੈਗਾ 1969 ਤੋਂ ਲੈ ਕੇ 1974 ਤੱਕ। ਬੱਚਿਓ, ਤੁਹਾਨੂੰ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਆਪਣੇ ਜ਼ਾਕਿਰ ਹੁਸੈਨ ਜਦੋਂ ਮੌਤ ਹੋਈ, ਜਿਨ੍ਹਾਂ ਦੇ ਡਾਕਟਰ ਹੁਸੈਨ ਦੀ ਮੌਤ ਹੋਈ, ਤਾਂ ਉਸ ਤੋਂ ਬਾਅਦ ਇੱਕ ਬੱਚਿਓ ਕਾਰਜਕਾਰੀ ਰਾਸ਼ਟਰਪਤੀ ਚੁਣਿਆ ਜਾਂਦਾ ਹੈ, ਜਿਨ੍ਹਾਂ ਤੱਕ ਚੋਣ ਨਹੀਂ ਹੁੰਦੀ। ਇਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਐਕਟਿੰਗ ਪ੍ਰੈਜ਼ੀਡੈਂਟ ਕਹਿੰਦੇ ਹਾਂ। ਐਕਟਿੰਗ ਪ੍ਰੈਜ਼ੀਡੈਂਟ ਬਣਨ ਵਾਲੇ ਪਹਿਲੇ ਰਾਸ਼ਟਰਪਤੀ ਕੌਣ ਸਨ? ਜੇ ਪੁੱਛ ਲਿਆ ਵੀ ਭਾਰਤ ਦੇ ਪਹਿਲੇ ਐਕਟਿੰਗ ਪ੍ਰੈਜ਼ੀਡੈਂਟ ਬਣਨ ਵਾਲੇ ਪਹਿਲੇ ਰਾਸ਼ਟਰਪਤੀ ਦਾ ਨਾਮ ਦੱਸੋ, ਉਹੀ ਬੱਚਿਓ BV ਗਿਰੀ। ਤੁਹਾਡੇ ਨਾਮ ਯਾਦ ਰੱਖਣਾ, BV ਗਿਰੀ ਪਹਿਲੇ ਫਸਟ ਐਵਰ ਐਕਟਿੰਗ ਪ੍ਰੈਜ਼ੀਡੈਂਟ। ਕਦੋਂ ਬਣੇ? 1969 ਦੇ ਵਿੱਚ। ਕਿਉਂ ਬਣੇ? ਕਿਉਂਕਿ ਡਾਕਟਰ ਜ਼ਾਕਿਰ ਹੁਸੈਨ ਦੀ ਅਹੁਦੇ ਦੌਰਾਨ ਮੌਤ ਹੋ ਗਈ ਸੀ। ਅਹੁਦੇ ਦੌਰਾਨ ਜਦੋਂ ਮੌਤ ਹੋ ਜੇ ਤਾਂ 6 ਮਹੀਨੇ ਦੇ ਵਿੱਚ ਚੋਣ ਕਰਾਉਣੀ ਹੁੰਦੀ ਹੈ, ਪਰ ਉਸ ਸਮੇਂ ਦੌਰਾਨ ਜੋ ਅਹੁਦਾ ਸੰਭਾਲਦਾ ਹੈ ਉਸਨੂੰ ਅਸੀਂ ਐਕਟਿੰਗ ਜਾਂ ਕਾਰਜਕਾਰੀ ਰਾਸ਼ਟਰਪਤੀ ਦਾ ਨਾਮ ਦਿੰਦੇ ਹਾਂ। ਉਹ ਉਪ ਰਾਸ਼ਟਰਪਤੀ ਹੁੰਦਾ ਹੈ। ਤਾਂ ਉਸ ਦਿਨ ਦੌਰਾਨ ਉਪ ਰਾਸ਼ਟਰਪਤੀ ਦੇ ਅਹੁਦੇ 'ਤੇ ਬੈਠੇ ਸੀ BV ਗਿਰੀ, ਉਹੀ ਰਾਸ਼ਟਰਪਤੀ ਬਣੇ। ਫਿਰ ਇਹ 1969 ਦੇ ਵਿੱਚ, ਅਗਸਤ 1969 ਦੇ ਵਿੱਚ ਐਕਚੁਅਲੀ ਰਾਸ਼ਟਰਪਤੀ ਬਣ ਗਏ। ਅਸਲ ਦੇ ਵਿੱਚ ਰਾਸ਼ਟਰਪਤੀ ਬਣੇ ਕੌਣ? BV ਗਿਰੀ। ਤਾਂ ਬੱਚਿਓ ਤੁਸੀਂ ਯਾਦ ਰੱਖਣਾ, ਚੌਥੇ ਰਾਸ਼ਟਰਪਤੀ ਕੌਣ ਨੇ ਆਪਣੇ? BV ਗਿਰੀ। ਬੱਚਿਓ, ਇਹਨਾਂ ਨੂੰ ਮੈਂ ਦੱਸਦਾ ਵੀ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ 1926 ਤੋਂ 1942 ਤੱਕ ਇਸ ਯੂਨੀਅਨ ਨੇ ਕੰਮ ਕੀਤਾ। ਇਹਦੇ ਵਿੱਚ ਇਹਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿੱਤਾ। ਕੌਣ ਨੇ ਉਹ? BV ਗਿਰੀ। ਬੱਚਿਓ, ਇੱਕ ਹੋਰ ਤੁਹਾਨੂੰ ਦੱਸਣਾ, ਭਾਰਤ ਰਤਨ ਨਾਲ ਵੀ BV ਗਿਰੀ ਸਨਮਾਨਿਤ ਨੇ। 1975 ਦੇ ਵਿੱਚ ਭਾਰਤ ਸਰਕਾਰ ਨੇ ਇਹਨੂੰ ਭਾਰਤ ਰਤਨ, ਬਹੁਤ ਵੱਡਾ ਸਨਮਾਨ ਬੱਚਿਓ, ਇਹ ਯਾਦ ਰੱਖਣਾ ਤੁਸੀਂ। ਤੇ ਇਹ ਉੜੀਸਾ ਬਰਹਾਮਪੁਰ ਤੋਂ ਬਿਲੋਂਗ ਕਰਦੇ ਸੀ। ਤੇ ਨਾ ਮਿਲਵਰਤਨ 1942 ਦੇ ਵਿੱਚ ਕੁਇਟ ਇੰਡੀਆ ਮੂਵਮੈਂਟ, ਇਹਨਾਂ ਨੇ ਜੇਲ੍ਹ ਵੀ ਕੱਟੀ ਤੇ ਆਜ਼ਾਦੀ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਵੀ ਲਿਆ। ਤੇ ਬੱਚਿਓ, ਇਸ ਤੋਂ ਬਾਅਦ ਮਦਰਾਸ ਲੋਕ ਸਭਾ ਲਈ ਚੋਣ ਵੀ ਲੜੀ ਇਹਨਾਂ ਨੇ। ਤੇ ਬੱਚਿਓ, ਤੁਹਾਨੂੰ ਮੈਂ ਇਸ ਤੋਂ ਪਹਿਲਾਂ ਦੱਸ ਹੀ ਚੁੱਕਿਆ ਵੀ ਤੀਸਰੇ ਉਪ ਰਾਸ਼ਟਰਪਤੀ ਵੀ ਇਹੀ ਸਨ। ਤਾਂ ਬੱਚਿਓ, ਇਹਨਾਂ ਦੀ ਇੱਕ ਗਿਰੀ ਅਪਰੋਚ ਬਹੁਤ ਪੇਪਰ ਦੇ ਵਿੱਚ ਪੁੱਛ ਲੈਂਦੇ। ਗਿਰੀ ਅਪਰੋਚ ਇਹਨਾਂ ਨੇ ਲੇਬਰ ਵਾਸਤੇ, ਕਿਸਾਨਾਂ ਵਾਸਤੇ ਬਣਾਈ ਸੀ ਗਿਰੀ ਅਪਰੋਚ। ਇਸ ਤੋਂ ਬਾਅਦ ਬੱਚਿਓ, ਆਪਣੇ ਪੰਜਵੇਂ ਰਾਸ਼ਟਰਪਤੀ ਨੇ ਫਖਰੂਦੀਨ ਅਲੀ ਅਹਿਮਦ। ਤੁਸੀਂ ਯਾਦ ਰੱਖਣਾ, ਫਖਰੂਦੀਨ ਅਲੀ ਅਹਿਮਦ ਕਿੰਨਵੇਂ ਰਾਸ਼ਟਰਪਤੀ ਨੇ ਆਪਣੇ? ਪੰਜਵੇਂ ਰਾਸ਼ਟਰਪਤੀ। ਤਾਂ ਬੱਚਿਓ, ਮੈਂ ਇਹਨਾਂ ਬਾਰੇ ਦੱਸ ਦੇਵਾਂ ਤੁਹਾਨੂੰ ਵੀ ਇਹ ਚੰਗੇ ਮਿਊਜ਼ੀਸ਼ੀਅਨ, ਫਾਈਨ ਆਰਟ ਦੇ ਚੰਗੇ, ਪੋਇਟਰੀ ਕਵਿਤਾਵਾਂ ਲਿਖਦੇ ਸੀ, ਸਪੋਰਟਸ ਦੇ ਬਹੁਤ ਦੀਵਾਨੇ ਸੀ। ਫਖਰੂਦੀਨ ਅਲੀ ਅਹਿਮਦ ਤੁਹਾਨੂੰ ਯਾਦ ਰਹੂ ਹੁਣ। ਤਾਂ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਵੀ 1970 ਦੇ ਵਿੱਚ ਜਿਹੜੀ ਐਮਰਜੈਂਸੀ ਲੱਗੀ ਸੀ, ਉਦੋਂ ਵੀ ਐਮਰਜੈਂਸੀ ਦੌਰਾਨ ਵੀ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਹੀ ਸਨ। ਇਹ ਤੁਸੀਂ ਯਾਦ ਰੱਖਣਾ ਬੱਚਿਓ, ਭੁੱਲਣਾ ਨਹੀਂ ਗਾ ਇਹ ਫੈਕਟ। 1925 ਦੇ ਵਿੱਚ ਇਹ ਜਵਾਹਰ ਲਾਲ ਨਹਿਰੂ ਨੂੰ ਮਿਲੇ ਤੇ ਜਵਾਹਰ ਲਾਲ ਨਹਿਰੂ ਤੋਂ ਪ੍ਰਭਾਵਿਤ ਹੋਏ ਤਾਂ ਇਹਨਾਂ ਨੇ ਕਾਂਗਰਸ ਜੁਆਇਨ ਕੀਤੀ। ਇਸ ਤੋਂ ਬਾਅਦ ਕੁਇਟ ਇੰਡੀਆ ਭਾਰਤ ਛੱਡੋ ਅੰਦੋਲਨ ਦੌਰਾਨ ਇਹ ਅਰੈਸਟ ਹੋਏ। ਪਹਿਲੀ ਵਾਰ ਅਸਾਮ ਤੋਂ ਚੋਣ ਲੜੀ ਤੇ ਮਿਨਿਸਟਰ ਆਫ ਫਾਈਨਾਂਸ ਵੀ ਭਾਰਤ ਸਰਕਾਰ ਨੇ ਇਹਨਾਂ ਨੂੰ ਰੱਖਿਆ ਗਿਆ। ਇਹ ਤੁਹਾਡੇ ਫੈਕਟ ਤੁਹਾਡੇ ਦਿਮਾਗ ਦੇ ਵਿੱਚ ਹੋਣੇ ਚਾਹੀਦੇ ਨੇ ਵੀ ਪੰਜਵੇਂ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਕਿਸ ਤਰ੍ਹਾਂ ਦੇ ਵਿਅਕਤੀ ਸਨ। ਟੈਨਿਸ ਨੂੰ ਬਹੁਤ ਪਿਆਰ ਕਰਦੇ ਸਨ
ਟੈਨਿਸ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸੀ। ਟੈਨਿਸ ਗੋਲਫਰ ਦੇ ਗੋਲਫ ਖੇਡਣ ਦੇ ਵੀ ਸ਼ੌਕੀਨ ਸੀ, ਜਿਸ ਨੂੰ ਅਸਾਮ ਫੁੱਟਬਾਲ ਐਸੋਸੀਏਸ਼ਨ, ਕ੍ਰਿਕਟ ਐਸੋਸੀਏਸ਼ਨ ਮੈਂਬਰ, ਦਿੱਲੀ ਆਫ ਗੋਲਫ ਕਲੱਬ ਦੇ ਮੈਂਬਰ ਸਨ। ਜਿਹੜੀਆਂ ਐਸੋਸੀਏਸ਼ਨ ਬਣੀ ਸੀ ਉਹਨਾਂ ਦੇ ਇਹ ਮੈਂਬਰ ਬਣੇ ਸੀ, ਤਾਂ ਕਿਉਂ ਇਹਨਾਂ ਨੂੰ ਫਾਈਨ ਆਰਟ ਅਤੇ ਸਪੋਰਟਸ ਮਿਊਜ਼ੀਸ਼ੀਅਨ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਵਿੱਚ ਬਹੁਤ ਹੀ ਦਿਲਚਸਪੀ ਸੀ। ਤਾਂ ਬੱਚਿਓ ਜਨਮ ਇਹਨਾਂ ਦੀ ਪੁਰਾਣੀ ਦਿੱਲੀ ਦੇ ਵਿੱਚ ਹੋਇਆ। ਐਕਚੁਅਲੀ ਬੱਚਿਓ ਮੈਂ ਤੁਹਾਨੂੰ ਦੱਸ ਦੇਣਾ ਇਹਨਾਂ ਦੀ ਇੱਕ ਹੋਰ ਇੰਟਰਸਟਿੰਗ ਫੈਕਟ, ਆਪਦੇ ਪਿਤਾ ਤੋਂ ਬਹੁਤ ਪ੍ਰਭਾਵਿਤ ਸੀ। ਇਹਨਾਂ ਦੇ ਪਿਤਾ ਅਸਾਮ ਦੇ ਵਿੱਚ ਪਹਿਲੇ MD ਡਾਕਟਰ ਸੀ। MD ਕਹਿੰਦਾ ਬੱਚਿਓ, ਆਪਾਂ ਕਹਿੰਦੇ ਫਲਾਣਾ ਡਾਕਟਰ MD ਹੈ, ਡਾਕਟਰ ਆਫ ਮੈਡੀਸਨ ਕੀਤੀ ਹੁੰਦੀ ਬੱਚਿਓ ਉਹਨੇ, ਉਹਨਾਂ ਤੋਂ ਬਹੁਤ ਹੀ ਪ੍ਰਭਾਵਿਤ ਸੀ। ਅਤੇ ਇੱਕ ਇੰਟਰਸਟਿੰਗ ਫੈਕਟ ਦੋਸਤੋ, ਮੇਰੇ ਬੱਚੇ ਮੇਰੇ ਦੋਸਤ ਨੇ, ਤਾਂ ਹੋਰ ਦੱਸਣਾ ਚਾਹੁੰਦਾ ਮੈਂ ਵੀ ਜੇ ਤੁਹਾਨੂੰ ਪੁੱਛ ਲਿਆ ਦੂਸਰੇ ਮੁਸਲਿਮ ਰਾਸ਼ਟਰਪਤੀ ਦੱਸੋ ਭਾਰਤ ਦੇ ਕਿਹੜੇ ਸੀ, ਤਾਂ ਇਹੀ ਹੈ ਬੱਚਿਓ, ਯਾਦ ਰੱਖਣਾ ਸੀ। ਪਹਿਲੇ ਤੁਹਾਨੂੰ ਮੈਂ ਦੱਸ ਚੁੱਕਿਆ ਸੀ ਜ਼ਾਕਿਰ ਹੁਸੈਨ, ਦੂਸਰੇ ਵੀ ਫਖਰੁਦੀਨ ਅਲੀ ਅਹਿਮਦ ਹੀ ਹਨ। ਪੰਜਵੇਂ ਰਾਸ਼ਟਰਪਤੀ ਸੀ ਜਿਹੜੇ, ਇਹਨੇ ਤੁਹਾਨੂੰ ਮੇਰੇ ਹਿਸਾਬ ਨਾਲ ਬੱਚਿਓ ਪਤਾ ਲੱਗ ਗਿਆ ਹੋਣਾ ਵੀ ਫਖਰੁਦੀਨ ਅਲੀ ਅਹਿਮਦ ਬਾਰੇ ਆਪਾਂ ਨੂੰ ਇੰਨਾ ਕੁ ਜਾਣਨਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਬੱਚਿਓ ਆਪਣੇ 6ਵੇਂ ਰਾਸ਼ਟਰਪਤੀ ਨੀਲਮ ਸੰਜੀਵਾ ਰੈਡੀ। ਬੱਚਿਓ ਮੈਂ ਤੁਹਾਨੂੰ ਦੱਸ ਦੇਣਾ, ਇੰਟਰਸਟਿੰਗ ਫੈਕਟ ਹੀ ਹੁੰਦਾ ਇੱਕ ਤਰ੍ਹਾਂ ਦਾ। ਇੱਕ ਤਾਂ ਫੈਕਟ ਇਹੀ ਯਾਦ 6ਵੇਂ ਰਾਸ਼ਟਰਪਤੀ ਕੌਣ ਨੇ। ਦੂਸਰਾ ਇੰਟਰਸਟਿੰਗ ਫੈਕਟ ਬੱਚਿਓ ਇਹ ਨੇ, ਆ ਤੁਹਾਨੂੰ ਸਕਰੀਨ 'ਤੇ ਦਿਸੀ ਹੋਊਗਾ, ਨੀਲਮ ਸੰਜੀਵਾ ਰੈਡੀ ਦਾ ਓਨਲੀ ਪ੍ਰੈਜ਼ੀਡੈਂਟ ਆਫ ਇੰਡੀਆ ਹੂ ਵਾਜ਼ ਦਾ ਇਲੈਕਟਡ ਅਨਅਪੋਜ਼ਡ। ਬੱਚਿਓ ਜਦੋਂ ਇਹਨਾਂ ਨੇ ਚੋਣ ਲੜੀ ਤਾਂ ਸਾਰੇ ਰਾਸ਼ਟਰਪਤੀਆਂ ਦੇ ਕਹਿ ਲਈਏ ਆਪਾਂ ਕਾਗਜ਼, ਉਹਨਾਂ ਦੇ ਜੋ ਉਮੀਦਵਾਰਾਂ ਦੇ ਜਿਹੜੇ ਭਰੇ ਹੋਏ ਸੀ ਉਹ ਰੱਦ ਹੋ ਗਏ ਸੀ, ਇਕੱਲੇ ਰਹਿ ਗਏ ਸੀ ਜਿਨ੍ਹਾਂ ਦੇ ਕਾਗਜ਼ ਸਹੀ ਪਾਏ ਗਏ ਤਾਂ ਇਹ ਇਕੱਲੇ ਜਿੱਤ ਗਏ ਸੀ। ਕਿਸਮਤ ਦੇ ਧਨੀ ਸੀ ਬੱਚਿਓ ਜਿਨ੍ਹਾਂ ਦਾ ਕੋਈ ਵਿਰੋਧ ਨਹੀਂ ਹੋਇਆ। ਇੱਕ ਹੋਰ ਇੰਟਰਸਟਿੰਗ ਫੈਕਟ ਤੁਹਾਨੂੰ ਮੈਂ ਹੋਰ ਦੱਸਾਂ ਬੱਚਿਓ, ਉਸ ਵੇਲੇ ਆਪਣੀ 70% ਸੈਲਰੀ ਕਟਵਾ ਦਿੰਦੇ ਸੀ। ਸਟੇਟਮੈਂਟ ਇਹ ਦਿੰਦੇ ਸੀ ਵੀ ਮੈਨੂੰ ਇੰਨੇ ਪੈਸੇ ਦੀ ਲੋੜ ਨਹੀਂ, ਮੇਰਾ ਭਾਰਤ ਗਰੀਬ ਹੈ, ਕਿਤੇ ਹੋਰ ਲੱਗੂਗਾ ਪੈਸਾ। ਬਹੁਤ ਅੱਛੀ ਸੋਚ ਦੇ ਮਾਲਕ ਸੀ ਬੱਚਿਓ। ਕਿਸੇ ਦੀ ਆਪਣੀ ਤਨਖਾਹ, ਆਪਣੀ ਪੇਮੈਂਟ ਡੋਨੇਟ ਕਰਨੀ ਬਹੁਤ ਔਖੀ ਹੁੰਦੀ ਹੈ, ਪਰ ਇਹ ਅਜਿਹੇ ਰਾਸ਼ਟਰਪਤੀ ਜਿਨ੍ਹਾਂ ਨੇ 70% ਸੈਲਰੀ ਕਟਵਾ ਦਿੰਦੇ ਸਨ। ਅਤੇ ਜੰਗਿਸਟ ਉਸ ਵੇਲੇ ਬੱਚਿਓ ਇਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ ਪ੍ਰੈਜ਼ੀਡੈਂਟ ਤੱਕ ਪਹੁੰਚੇ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਤੋਂ ਪਹਿਲਾਂ ਮਿਨਿਸਟਰ ਆਫ ਟਰਾਂਸਪੋਰਟ, ਸਿਵਲ ਐਵੀਏਸ਼ਨ, ਸ਼ਿਪਿੰਗ, ਟੂਰਿਜ਼ਮ ਦੇ ਮੰਤਰੀ ਵੀ ਰਹੇ। ਬਹੁਤ ਰਾਜਨੀਤੀ ਦੇ ਵਿੱਚ ਇਹਨਾਂ ਦਾ ਤਜਰਬਾ ਸੀ। ਬੱਚਿਓ ਇੱਕ ਹੋਰ ਅਨਪੋਜ਼ਡ ਰਹੇ, ਲੋਕ ਸਭਾ ਦੇ ਸਪੀਕਰ ਵੀ ਰਹੇ ਇਹ, ਅਤੇ ਇਹਨਾਂ ਨੂੰ ਬੈਸਟ ਸਪੀਕਰ ਚੁਣਿਆ ਗਿਆ ਸੀ ਉਸ ਵੇਲੇ। ਲੋਕ ਸਭਾ ਦਾ ਕਿਵੇਂ ਚੁਣਿਆ ਜਾਂਦਾ ਬੱਚਿਓ, ਪੂਰੇ ਦੇ ਪੂਰੇ ਜਿਹੜੀ ਆਪਾਂ ਕਹਿ ਲਈਏ ਲੋਕ ਸਭਾ ਦੇ ਵਿੱਚੋਂ ਆਪਦੇ ਮੈਂਬਰ ਚੁਣਦੇ ਨੇ। ਉਹ ਮੈਂਬਰ ਚੁਣਦੇ ਨੇ ਜਿਵੇਂ ਆਪਣੇ ਕਲਾਸ ਦੇ ਵਿੱਚ ਮਨੀਟਰ ਚੁਣਿਆ ਜਾਂਦਾ, ਘੈਂਟ। ਇਸ ਤਰ੍ਹਾਂ ਆਪਾਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹਾਂ ਵੀ ਲੋਕ ਸਭਾ ਦੇ ਵਿੱਚ ਬੈਸਟ ਸਪੀਕਰ ਚੁਣਿਆ ਜਾਣਾ, ਤਾਂ ਉਹ ਨੇ ਨੀਲਮ ਸੰਜੀਵਾ ਰੈਡੀ। ਬੱਚਿਓ ਇਹ ਆਂਧਰਾ ਪ੍ਰਦੇਸ਼ ਤੋਂ ਬਿਲੋਂਗ ਕਰਦੇ ਸੀ ਅਤੇ ਮਦਰਾਸ ਤੋਂ ਹੀ ਪੜ੍ਹੇ ਨੇ। ਇਹਨਾਂ ਨੇ ਵੀ ਬੱਚਿਓ ਕੁਇਟ ਇੰਡੀਆ ਮੂਵਮੈਂਟ ਦੇ ਵਿੱਚ ਹਿੱਸਾ ਲਿੱਤਾ ਸੀ। ਤੁਸੀਂ ਇੱਕ ਸੋਚੋਗੇ ਵੀ ਹਰ ਇੱਕ ਰਾਸ਼ਟਰਪਤੀ ਕੁਇਟ ਇੰਡੀਆ ਮੂਵਮੈਂਟ, ਭਾਰਤ ਛੱਡੋ ਅਤੇ ਨਾਮ ਨਿਰਵੈਰ ਅੰਦੋਲਨ ਗਤੀਵਿਧੀਆਂ ਵਿੱਚ ਬੱਚਿਓ ਅੱਛੀ ਜਿਹੜੀ ਪਰਸਨੈਲਿਟੀ ਹੁੰਦੀ ਹੈ ਉਹ ਮੁਸੀਬਤਾਂ 'ਚੋਂ ਨਿਕਲਦੀ ਹੈ। ਤਾਂ ਦੈਨ ਇਹਨਾਂ ਨੇ ਉਦੋਂ ਕੈਰੀਅਰ ਕੀਤਾ, ਸ਼ੁਰੂਆਤ ਕੀਤੀ ਸੀ ਉਦੋਂ ਲੜਨਾ ਸਿੱਖਿਆ ਆਜ਼ਾਦ ਭਾਰਤ ਤੋਂ, ਫਿਰ ਆਜ਼ਾਦ ਭਾਰਤ ਨੂੰ ਚਲਾਉਣਾ ਉਹਨਾਂ ਤੋਂ ਕਦੀਆਂ ਵੀ ਅਤੇ ਗਤੀਵਿਧੀਆਂ ਬਾਰੇ ਹਿੱਸਾ ਲੈਣ ਬਾਰੇ ਸੋਚਦੇ ਰਹੇ। ਇਸ ਕਰਕੇ ਤੁਸੀਂ ਵੀ ਜੋ ਵੀ ਛੋਟਾ ਤੋਂ ਛੋਟਾ ਕੰਮ ਕਰਦੇ ਹੋ ਨਿਰਾਸ਼ ਨਾ ਹੋਇਆ ਕਰੋ, ਉਹਦੇ ਵਿੱਚ ਹਿੱਸਾ ਲਿਆ ਕਰੋ ਵੱਧ ਚੜ੍ਹ ਕੇ। ਤੁਹਾਨੂੰ ਵੀ ਤੁਹਾਡੀ ਇਹਦੇ ਨਾਲ ਪਰਸਨੈਲਿਟੀ ਨਿਖਰਦੀ ਹੈ, ਤੁਸੀਂ ਵੀ ਅੱਗੇ ਕੁਝ ਨਾ ਕੁਝ ਕਰਨ ਦੇ ਯੋਗ ਹੁੰਦੇ ਹੋ। ਛੋਟੀਆਂ ਛੋਟੀਆਂ ਕਣੀਆਂ ਹੀ ਵੱਡਾ ਮੀਂਹ, ਵੱਡਾ ਤਲਾਬ ਭਰਨ ਦੇ ਯੋਗ ਹੁੰਦੀਆਂ ਨੇ ਬੱਚਿਓ ਮੈਂ ਐਕਟਿੰਗ ਪ੍ਰੈਜ਼ੀਡੈਂਟ ਬਾਰੇ ਤੁਹਾਨੂੰ ਪਹਿਲਾਂ ਦੱਸ ਚੁੱਕਿਆ। ਜਿਹੜੇ ਆਪਾਂ ਪੰਜਵੇਂ ਰਾਸ਼ਟਰਪਤੀ ਪੜ੍ਹੇ ਸੀ ਉਹਨਾਂ ਦਾ ਨਾਮ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਸੀ, ਫਖਰੁਦੀਨ ਅਲੀ ਅਹਿਮਦ। ਇਹਨਾਂ ਦੀ ਵੀ ਉਹਦੇ ਦੌਰਾਨ ਮੌਤ ਹੋ ਗਈ ਸੀ। ਤਾਂ ਐਕਟਿੰਗ ਪ੍ਰੈਜ਼ੀਡੈਂਟ BV ਗਿਰੀ ਵੀ ਰਹੇ। ਤੁਹਾਨੂੰ ਮੈਂ ਬੱਚਿਓ 3 ਐਕਟਿੰਗ ਪ੍ਰੈਜ਼ੀਡੈਂਟ ਜਾਂ ਕਾਰਜਕਾਰੀ ਪ੍ਰੈਜ਼ੀਡੈਂਟ ਇੱਥੇ ਦੱਸ ਦਿੰਦਾ, BV ਗਿਰੀ, ਮੁਹੰਮਦ ਹਿਦਾਇਤੁੱਲਾ ਅਤੇ BD ਜੱਟ।
ਇਹ ਤਿੰਨ ਬੱਚਿਓ ਕਾਰਜਕਾਰੀ ਰਾਸ਼ਟਰਪਤੀ ਰਹੇ ਹੋਏ ਨੇ। ਇਹ ਕਾਰਜਕਾਰੀ ਰਾਸ਼ਟਰਪਤੀ ਕਾਰਨ ਰਾਸ਼ਟਰਪਤੀ ਦੀ ਅਹੁਦੇ ਦੌਰਾਨ ਮੌਤ, ਇਸ ਤੋਂ ਬਾਅਦ ਐਕਟਿੰਗ ਜਾਂ ਕਾਰਜਕਾਰੀ ਪ੍ਰੈਜ਼ੀਡੈਂਟ ਜਿੰਨਾ ਤੱਕ ਰਾਸ਼ਟਰਪਤੀ ਦੀ ਚੋਣ ਨਹੀਂ ਹੁੰਦੀ ਉਹਨਾਂ ਤੱਕ ਚੁਣਿਆ ਜਾਂਦਾ ਹੈ। ਤਾਂ ਉਹ ਤਿੰਨ ਨੇ ਵੀਵੀ ਗਿਰੀ, ਮੁਹੰਮਦ ਹਦਾਇਤੁੱਲਾ ਅਤੇ BD ਜੱਟੀ। ਤਾਂ ਬੱਚਿਓ 1956 ਦੇ ਵਿੱਚ ਇਹ ਆਂਧਰਾ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਵੀ ਸੀ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਪਹਿਲਾ ਰਾਜ ਅਜਿਹਾ ਰਾਜ ਦੱਸੋ ਜੋ ਪਹਿਲਾ ਰਾਜ ਬਣਿਆ ਭਾਰਤ ਦੇ ਵਿੱਚ ਭਾਸ਼ਾ ਦੇ ਆਧਾਰ 'ਤੇ। ਤਾਂ ਭਾਸ਼ਾ ਦੇ ਆਧਾਰ 'ਤੇ ਪਹਿਲਾ ਰਾਜ ਬਣਨ ਵਾਲਾ ਆਂਧਰਾ ਪ੍ਰਦੇਸ਼ ਸੀ। ਉਹਦਾ ਆਂਧਰਾ ਪ੍ਰਦੇਸ਼ 1954 ਦੇ ਵਿੱਚ ਪਹਿਲਾ ਮੁੱਖ ਮੰਤਰੀ ਬਣਨ ਵਾਲਾ, ਉਹ ਆਂਧਰਾ ਪ੍ਰਦੇਸ਼ ਦਾ ਪਹਿਲਾ ਮੁੱਖ ਮੰਤਰੀ ਵੀ ਨੀਲਮ ਸੰਜੀਵਾ ਰੈੱਡੀ ਸਨ। ਬਹੁਤ ਅੱਛਾ ਦੋਸਤੋ। ਇਸ ਤੋਂ ਬਾਅਦ ਬੱਚਿਓ ਸੱਤਵੇਂ ਆਪਣੇ ਜਿਹੜੇ ਪ੍ਰੈਜ਼ੀਡੈਂਟ ਨੇ ਗਿਆਨੀ ਜੈਲ ਸਿੰਘ। ਕੌਣ ਬੱਚਿਓ? ਗਿਆਨੀ ਜੈਲ ਸਿੰਘ। ਗਿਆਨੀ ਜੈਲ ਸਿੰਘ ਬੱਚਿਓ 1982 ਤੋਂ ਲੈ ਕੇ 1987 ਤੱਕ 1982 ਤੋਂ ਲੈ ਕੇ 1987 ਤੱਕ ਰਹੇ। ਕੌਣ ਬੱਚਿਓ? ਗਿਆਨੀ ਜੈਲ ਸਿੰਘ। ਬੱਚਿਓ ਮੈਂ ਥੋੜ੍ਹੀ ਜਿਹੀ ਮਿਸਟੇਕ ਮੈਥੋਂ ਲੱਗੀ ਹੋਈ ਹੈ। ਉਹਦੇ ਵਿੱਚ ਇਹ ਮਿਸਟੇਕ ਹੈ ਬੱਚਿਓ ਵੀ ਮੈਂ ਤੁਹਾਨੂੰ ਜਿਹੜਾ ਫਰੀਕੁਦੀਨ ਅਲੀ ਅਹਿਮਦ ਦੀ ਅਹੁਦੇ ਦੌਰਾਨ ਮੌਤ ਕਿਹਾ ਗਿਆ, ਇਹ ਅਹੁਦੇ ਦੌਰਾਨ ਮੌਤ ਇਹਨਾਂ ਦੀ ਨਹੀਂ ਹੋਈ ਸੀ, ਅਤੇ ਇਸ ਲਈ ਹੋਣ ਦਾ ਜਚਕ ਹੈ। ਬੱਚਿਓ ਸੱਤਵਾਂ ਜਿਹੜਾ ਆਪਣਾ ਰਾਸ਼ਟਰਪਤੀ ਹੈ ਗਿਆਨੀ ਜੈਲ ਸਿੰਘ। ਗਿਆਨੀ ਜੈਲ ਸਿੰਘ ਬੱਚਿਓ ਆਪਣੇ ਪਹਿਲੇ ਸਿੱਖ ਰਾਸ਼ਟਰਪਤੀ ਨੇ। ਕੌਣ? ਗਿਆਨੀ ਜੈਲ ਸਿੰਘ। 1982 ਤੋਂ ਲੈ ਕੇ 1987 ਤੱਕ ਇਹਨਾਂ ਦਾ ਕਾਰਜਕਾਲ ਰਿਹਾ। ਐਕਚੁਅਲੀ ਨਾਮ ਇਹਨਾਂ ਦਾ ਜਰਨੈਲ ਸਿੰਘ ਹੈ। ਆਪਾਂ ਐਕਚੁਅਲੀ ਨਾਮ ਕਹਿੰਦੇ ਵੀ ਗਿਆਨੀ ਲਰਨਡ ਪਰਸਨ ਨੂੰ ਕਿਹਾ ਜਾਂਦਾ ਬੱਚਿਓ, ਜਿਹੜਾ ਗਿਆਨਵਾਨ ਹੋਵੇ, ਜਿਹਦੇ ਵਿੱਚ ਬਹੁਤ ਅੱਛੀ ਪ੍ਰਤਿਭਾ ਹੋਵੇ, ਬਹੁਤ ਅੱਛੀ ਪਰਸਨੈਲਿਟੀ ਹੋਵੇ, ਬਹੁਤ ਸਿੱਖਿਆ ਹੋਵੇ, ਉਹਨੂੰ ਗਿਆਨੀ ਕਹਿ ਦਿੰਦੇ ਆਪਾਂ। ਜਿਹੜਾ ਗੁਰਬਾਣੀ ਦਾ ਬਹੁਤ ਪੂਰਾ ਲਰਨਰ ਹੋਵੇ। ਤਾਂ ਗਿਆਨੀ ਜੈਲ ਸਿੰਘ ਦਾ ਕਾਰਜਕਾਲ ਯਾਦ ਰੱਖਣਾ ਆਪਣੇ ਪੰਜਾਬ ਵਾਸਤੇ ਬਹੁਤ ਅੱਛਾ ਹੈ ਵੀ ਸੱਤਵੇਂ ਰਾਸ਼ਟਰਪਤੀ ਸੀ ਇਹ, ਅਤੇ 1982-87 ਦਾ ਕਾਰਜਕਾਲ ਸੀ, ਅਤੇ ਪਹਿਲੇ ਸਿੱਖ ਰਾਸ਼ਟਰਪਤੀ ਸੀ, ਇਹ ਵੀ ਤੁਸੀਂ ਯਾਦ ਰੱਖਣਾ। ਅਤੇ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ, ਆਜ਼ਾਦੀ ਘੁਲਾਟੀ ਵੀ ਰਹੇ। ਕੌਣ? ਗਿਆਨੀ ਜੈਲ ਸਿੰਘ। ਇੱਕ ਬੱਚਿਓ ਇੱਥੇ ਯਾਦ ਰੱਖਣਾ, ਇੰਦਰਾ ਗਾਂਧੀ ਦੀ ਮੌਤ ਵੇਲੇ ਭਾਰਤ ਦਾ ਰਾਸ਼ਟਰਪਤੀ ਕੌਣ ਸੀ? ਜਾਂ ਤੁਹਾਨੂੰ ਇੱਕ ਕੁਐਸਚਨ ਹੋਰ ਪੁੱਛ ਸਕਦੇ ਨੇ, ਬਲੂ ਸਟਾਰ ਓਪਰੇਸ਼ਨ ਵੇਲੇ ਭਾਰਤ ਦਾ ਰਾਸ਼ਟਰਪਤੀ ਕੌਣ ਸੀ? ਬਲੂ ਸਟਾਰ ਓਪਰੇਸ਼ਨ ਵੀ ਤੁਹਾਨੂੰ ਪਤਾ ਬੱਚਿਓ ਸਿੱਖਾਂ ਦੇ ਆਪਣੀ ਹਿਸਟਰੀ ਦੇ ਵਿੱਚ ਸੰਬੰਧਿਤ ਹੈ। ਇਹ ਉਸ ਵੇਲੇ ਰਾਸ਼ਟਰਪਤੀ ਇਹੀ ਸਨ, ਗਿਆਨੀ ਜੈਲ ਸਿੰਘ। ਉਸ ਵੇਲੇ ਬੱਚਿਓ ਇੰਦਰਾ ਗਾਂਧੀ ਵੇਲੇ ਮੌਤ ਵੇਲੇ ਨਾ ਇਹ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੇ, ਬਹੁਤ ਇਹਨਾਂ ਦੀ ਆਲੋਚਨਾ ਹੋਈ, ਕਿਉਂਕਿ ਇੰਦਰਾ ਗਾਂਧੀ ਦਾ ਜਿਹੜੇ ਕਤਲ ਕਰਨ ਵਾਲੇ ਜਾਂ ਉਹਨਾਂ ਨੂੰ ਮਾਰਨ ਵਾਲੇ ਬੰਦੇ ਵੀ ਪੰਜਾਬ ਦੇ ਵਿੱਚੋਂ ਹੀ ਸਨ। ਇਸੇ ਕਰਕੇ ਵੀ ਇਹਨਾਂ ਦੀ ਆਲੋਚਨਾ ਹੋਈ ਵੀ ਭਾਰਤ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਬੱਚਿਓ ਸੁਰਖੀਆਂ ਦੇ ਵਿੱਚ ਰਹੇ। ਇਹ ਬਹੁਤ ਕ੍ਰਿਟੀਸਾਈਜ਼ ਝੱਲਿਆ ਉਸ ਵੇਲੇ ਇਹਨਾਂ ਨੇ, ਫਿਰ ਵੀ ਇਹਨਾਂ ਦਾ ਕਾਰਜਕਾਲ ਬਹੁਤ ਚੰਗਾ ਰਿਹਾ। ਤਾਂ ਤੁਸੀਂ ਯਾਦ ਰੱਖਣਾ ਹੈ ਵੀ ਭਾਰਤ ਦੇ ਸੱਤਵੇਂ ਰਾਸ਼ਟਰਪਤੀ ਕੌਣ ਸਨ? ਗਿਆਨੀ ਜੈਲ ਸਿੰਘ। ਪਹਿਲੇ ਸਿੱਖ ਪ੍ਰੈਜ਼ੀਡੈਂਟ ਸੀ ਇਹ ਤਾਂ ਤੁਹਾਡਾ ਯਾਦ ਵੈਸੇ ਹੀ ਰਹੂਗਾ। ਇਸ ਤੋਂ ਬਾਅਦ ਬੱਚਿਓ ਅੱਠਵਾਂ ਰਾਸ਼ਟਰਪਤੀ ਆਪਣਾ R ਵੈਂਕਟਰਮਨ। ਯਾਦ ਰੱਖਣਾ ਦੋ ਬੱਚਿਓ, ਇਹਨਾਂ ਦਾ ਕਾਰਜਕਾਲ 1987 ਤੋਂ ਲੈ ਕੇ 1992 ਤੱਕ। ਤਾਂ ਬੱਚਿਓ ਇਹਨਾਂ ਨੇ ਵੀ ਕੁਇਟ ਇੰਡੀਆ ਮੂਵਮੈਂਟ ਦੇ ਵਿੱਚ ਹਿੱਸਾ ਲਿੱਤਾ ਸੀ, ਅਤੇ ਸੱਤਵੇਂ ਵਾਈਸ ਪ੍ਰੈਜ਼ੀਡੈਂਟ ਸੀ ਆਪਣੇ। ਕਹਿ ਲਈਏ ਉਪ ਰਾਸ਼ਟਰਪਤੀ ਸੱਤਵੇਂ ਸੀ, ਰਾਸ਼ਟਰਪਤੀ ਅੱਠਵੇਂ ਸੀ। R ਵੈਂਕਟਰਮਨ। ਤਾਂ ਬੱਚਿਓ ਇਹਨਾਂ ਨੇ ਆਪਣਾ ਜਿਹੜਾ ਕੈਰੀਅਰ ਸੀ, ਆਪਣਾ ਸ਼ੁਰੂਆਤ ਸੀ ਆਪਾਂ ਕਹਿ ਲਈਏ ਜ਼ਿੰਦਗੀ ਦੀ, ਇੱਕ ਤਰ੍ਹਾਂ ਦੀ ਵਕੀਲ ਦੇ ਤੌਰ 'ਤੇ ਸ਼ੁਰੂ ਕੀਤੀ ਸੀ। ਮਦਰਾਸ ਹਾਈ ਕੋਰਟ ਦੇ ਵਿੱਚ ਇਹ ਵਕੀਲ ਸੀ, ਲਾਇਰ ਸੀ। ਉੱਥੋਂ ਇਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ।
ਤਾਂ ਬੱਚੋ ਇਹਨਾਂ ਨੇ ਇਹਨੂੰ ਮਿਨਿਸਟਰ ਇੰਦਰਾ ਗਾਂਧੀ ਆਪਣੇ ਸੀ, ਉਹਨਾਂ ਨੇ ਇਹਨਾਂ ਨੂੰ ਯੂਨੀਅਨ ਪਲੈਨਿੰਗ ਕਮਿਸ਼ਨ ਦਾ ਮੈਂਬਰ ਵੀ ਚੁਣਿਆ। ਯੂਨੀਅਨ ਪਲੈਨਿੰਗ ਕਮਿਸ਼ਨ ਬੱਚੋ ਹੁੰਦੀ ਹੈ ਵੀ ਪਲਾਨ ਕਰਨਾ ਕਮਿਸ਼ਨ ਦਾ, ਉਹਦਾ ਮੈਂਬਰ ਵੀ ਚੁਣਿਆ ਇੰਦਰਾ ਗਾਂਧੀ PMC ਦੇ ਆਪਣੇ ਪ੍ਰਾਈਮ ਮਿਨਿਸਟਰ ਸੀ। ਤਾਂ ਬੱਚੋ ਇਸ ਤੋਂ ਬਾਅਦ ਇਹ ਅਲੱਗ-ਅਲੱਗ ਇਹਨਾਂ ਤੋਂ ਇੰਡਸਟਰੀ ਦੇ ਵਿੱਚ, ਪਾਵਰ ਦੇ ਵਿੱਚ, ਰੇਲਵੇ ਦੇ ਕੁਛ ਮਸਲਿਆਂ 'ਤੇ, ਹਰੇਕ ਦੇ ਮਸਲੇ 'ਤੇ ਇਹਨਾਂ ਤੋਂ ਅਲੱਗ-ਅਲੱਗ ਆਪਣੇ ਜਿਹੜੇ ਰਾਸ਼ਟਰਪਤੀ ਸੀ ਉਹ ਸਲਾਹ ਵੀ ਲਿਆ ਕਰਦੇ ਸੀ, ਪਰ ਅਖੀਰ ਦੇ ਵਿੱਚ ਇਹ ਆਪ ਰਾਸ਼ਟਰਪਤੀ ਬਣੇ ਅਤੇ ਦੇਸ਼ ਨੂੰ ਇਹਨਾਂ ਨੇ ਚੰਗੀ ਸੇਧ ਦਿੱਤੀ। ਇਹ ਤੁਸੀਂ ਯਾਦ ਰੱਖਣਾ ਹੈ ਬੱਚਿਓ। ਤਾਂ ਇਹਨਾਂ ਦਾ ਇੰਟਰਸਟ ਸਭ ਤੋਂ ਜ਼ਿਆਦਾ ਸਾਇੰਸ ਦੇ ਵਿੱਚ ਸੀ। ਇਹਨਾਂ ਨੇ ਬੂਸਟ ਕੀਤਾ ਮਿਜ਼ਾਈਲ ਟੈਕਨੋਲੋਜੀ ਨੂੰ। ਤਾਂ ਇੱਥੇ ਹੀ ਆਪਣੇ ਜਿਹੜੇ ਰਾਸ਼ਟਰਪਤੀ ਨੇ, 8ਵੇਂ ਰਾਸ਼ਟਰਪਤੀ ਵਿਕਟਰ ਰਮਨ, ਤਾਂ ਇਹਨਾਂ ਨੂੰ ਤੁਸੀਂ ਯਾਦ ਰੱਖਣਾ ਵੀ ਇਹਨਾਂ ਨੇ ਮਿਜ਼ਾਈਲ ਜਿਹੜੀ ਟੈਕਨੀਕਲੀ ਆਪਣੀ ਡਿਫੈਂਸ ਕਹਿ ਲਈਏ ਉਹਨਾਂ ਵਾਸਤੇ ਕੰਮ ਸ਼ੁਰੂ ਕੀਤਾ ਸੀ। ਅਤੇ ਇਸ ਤੋਂ ਬਾਅਦ ਭਾਵੇਂ ਆਪਣੇ ਡਾਕਟਰ APJ ਅਬਦੁਲ ਕਲਾਮ ਆਉਣਗੇ, ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ, ਪਰ ਸ਼ੁਰੂਆਤ ਇਹਨਾਂ ਨੇ ਹੀ ਕਰ ਦਿੱਤੀ ਸੀ, ਆਪਣੇ 8ਵੇਂ ਰਾਸ਼ਟਰਪਤੀ ਨੇ। ਇਸ ਤੋਂ ਬਾਅਦ ਬੱਚਿਓ 9ਵੇਂ ਰਾਸ਼ਟਰਪਤੀ ਆਪਣੇ ਨੇ ਸ਼ੰਕਰ ਦਿਆਲ, ਡਾਕਟਰ ਸ਼ੰਕਰ ਦਿਆਲ। ਬੱਚਿਓ ਯਾਦ ਰੱਖਣਾ ਤੁਸੀਂ 9ਵੇਂ ਰਾਸ਼ਟਰਪਤੀ ਕਿਹੜੇ ਨੇ ਆਪਣੇ ਸ਼ੰਕਰ ਦਿਆਲ, 1992 ਤੋਂ ਲੈ ਕੇ 97 ਤੱਕ। ਤਾਂ 8ਵੇਂ ਵਾਈਸ ਪ੍ਰੈਜ਼ੀਡੈਂਟ ਸੀ, 8ਵੇਂ ਉਪ ਰਾਸ਼ਟਰਪਤੀ ਸਨ। ਬੱਚਿਓ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਫੈਕਟਰ ਸ਼ੰਕਰ ਦਿਆਲ ਸ਼ਰਮਾ ਬਾਰੇ ਇੱਕ ਇੰਟਰਸਟਿੰਗ ਗੱਲ ਦੱਸਾਂ ਵੀ ਇਹ ਇਕੱਲੇ ਵਿਅਕਤੀ ਨੇ ਜਿਨ੍ਹਾਂ ਨੇ 4 ਪ੍ਰਾਈਮ ਮਿਨਿਸਟਰ ਨਾਲ, 4 ਪ੍ਰਧਾਨ ਮੰਤਰੀ ਨਾਲ ਕੰਮ ਕੀਤਾ। ਉਹ ਕੌਣ ਨੇ? ਸ਼ੰਕਰ ਦਿਆਲ ਸ਼ਰਮਾ। ਸ਼ੰਕਰ ਦਿਆਲ ਸ਼ਰਮਾ ਨੇ 4 ਪ੍ਰਧਾਨ ਮੰਤਰੀ ਨਾਲ ਗੱਲ ਕੀਤਾ। ਲੋਕ ਸਭਾ ਦੀ ਸੀਟ ਭੋਪਾਲ ਤੋਂ ਲੜਦੇ ਸੀ ਇਹ ਹਮੇਸ਼ਾ, ਤੁਹਾਨੂੰ ਪਤਾ ਹੀ ਭੋਪਾਲ ਬਾਰੇ। ਪੰਜਾਬ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਦੇ ਗਵਰਨਰ ਵੀ ਰਹੇ ਇਹ ਰਾਸ਼ਟਰਪਤੀ ਬਣਨ ਤੋਂ ਪਹਿਲਾਂ। ਜਨਮ ਇਹਨਾਂ ਦਾ ਭੋਪਾਲ ਦੇ ਵਿੱਚ ਹੀ ਹੋਇਆ। ਬੱਚਿਓ ਇਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਅਤੇ ਲਖਨਊ ਯੂਨੀਵਰਸਿਟੀ ਵਿੱਚ ਕੰਮ ਕੀਤਾ। ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਅਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਇਹ 4 ਆਪਣੇ ਪ੍ਰਧਾਨ ਮੰਤਰੀਆਂ ਨਾਲ ਕੰਮ ਕਰ ਚੁੱਕੇ ਨੇ। ਇਹ ਵੀ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਬੱਚਿਓ। ਅਤੇ ਸਪੋਰਟਸਮੈਨ ਬਹੁਤ ਅੱਛੇ ਸਨ। ਰੋਇੰਗ, ਕਿਸ਼ਤੀ ਚਾਲਕ, ਸਵਿਮਿੰਗ ਕਰਨਾ ਇਹਨਾਂ ਦਾ ਬਹੁਤ ਸ਼ੌਂਕ ਸੀ, ਅਤੇ ਉਹਨਾਂ ਵਾਸਤੇ ਇਹਨਾਂ ਨੇ ਕੰਮ ਵੀ ਕੀਤਾ ਅਤੇ ਸਪੋਰਟਸ ਨੂੰ ਹੁਲਾਰਾ ਵੀ ਦਿੱਤਾ। ਤਾਂ ਤੁਸੀਂ ਯਾਦ ਰੱਖਣਾ ਆਪਣੇ 9ਵੇਂ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਅਤੇ 8ਵੇਂ ਇਹ ਉਪ ਰਾਸ਼ਟਰਪਤੀ ਸਨ। ਤਾਂ ਬੱਚਿਓ ਅਗਲੇ ਰਾਸ਼ਟਰਪਤੀ ਨੇ ਆਪਣੇ KR ਨਾਰਾਇਣਨ। ਪਹਿਲੇ ਦਲਿਤ ਪ੍ਰੈਜ਼ੀਡੈਂਟ ਸੀ ਇਹ ਆਪਣੇ, ਜਿਨ੍ਹਾਂ ਦਾ ਕਾਰਜਕਾਲ 1997 ਤੋਂ ਲੈ ਕੇ 2002 ਤੱਕ। ਤਾਂ 2000 ਕਹਿ ਲਈਏ ਆਪਾਂ 21ਵੀਂ ਸਦੀ ਦੇ ਵਿੱਚ ਆਉਣ ਵਾਲੇ ਪਹਿਲੇ ਰਾਸ਼ਟਰਪਤੀ, 21ਵੀਂ ਸਦੀ ਦੇ ਪਹਿਲੇ ਰਾਸ਼ਟਰਪਤੀ ਕਹਿ ਸਕਦੇ ਹਾਂ। ਕੌਣ ਨੇ? KR ਨਾਰਾਇਣਨ। ਬੱਚਿਓ ਕੇਰਲ ਤੋਂ ਬਿਲੋਂਗ ਕਰਦੇ ਸੀ ਇਹ, ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਸੀ। ਬਹੁਤ ਹੀ ਇਹਨਾਂ ਨੂੰ ਪੜ੍ਹਨ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਘੱਟੋ ਘੱਟ 10-12 ਕਿਲੋਮੀਟਰ ਪੈਦਲ ਤੁਰ ਕੇ ਜਾਂਦੇ ਸੀ ਸਕੂਲ। ਤਾਂ ਇਸ ਤੋਂ ਬਾਅਦ ਬੱਚਿਓ ਇਹ ਪੜ੍ਹਾਈ ਸ਼ੁਰੂ ਕੀਤੀ, ਤਾਂ ਭਾਰਤ ਸਰਕਾਰ ਨੇ ਇਹਨਾਂ ਨੂੰ ਥਾਈਲੈਂਡ ਦਾ, ਤੁਰਕੀ ਦਾ, ਚਾਈਨਾ ਦਾ ਅੰਬੈਸਡਰ ਬਣਾ ਕੇ ਭੇਜਿਆ। ਇੱਥੋਂ ਤੱਕ ਕਿ 1980 ਦੇ ਵਿੱਚ ਇਹ USA ਅਮਰੀਕਾ ਦਾ ਅੰਬੈਸਡਰ ਵੀ ਬਣੇ KR ਨਾਰਾਇਣਨ। ਆਪਣੇ 10ਵੇਂ ਰਾਸ਼ਟਰਪਤੀ 10 ਕਦਮ ਬੱਚੇ ਤੁਹਾਡੇ ਯਾਦ ਹੀ ਹੋਣੇ ਚਾਹੀਦੇ। 10 ਕਦਮ KR ਨਾਰਾਇਣਨ। ਇਹ ਯਾਦ ਰਹਿਣਾ ਤੁਹਾਡੇ ਵੈਸੇ ਹੀ ਬਣਦਾ। ਅਤੇ ਬੱਚਿਓ ਇਸ ਤੋਂ ਪਹਿਲਾਂ ਸਾਇੰਸ ਅਤੇ ਟੈਕਨੋਲੋਜੀ ਦੇ ਮੰਤਰੀ ਵੀ ਰਹੇ ਅਤੇ ਵਾਈਸ ਪ੍ਰੈਜ਼ੀਡੈਂਟ ਵੀ ਰਹੇ 1952 ਤੋਂ ਲੈ ਕੇ 1997 ਤੱਕ। ਤਾਂ ਇਹਨਾਂ ਨੂੰ ਤੁਸੀਂ ਪਹਿਲੇ ਦਲਿਤ ਪ੍ਰੈਜ਼ੀਡੈਂਟ ਸੀ ਭਾਰਤ ਦੇ ਇਹ। ਇੱਕ ਹੋਰ ਮੈਂ ਤੁਹਾਨੂੰ ਬਹੁਤ ਅੱਛਾ ਦੱਸਾਂ ਵੀ ਦਾ ਹਿੰਦੂ ਅਤੇ ਟਾਈਮਸ ਆਫ ਇੰਡੀਆ, 2 ਅਖਬਾਰ ਨੇ। ਦਾ ਹਿੰਦੂ ਤਾਂ ਜੇ ਤੁਸੀਂ IAS 1 ਪੜ੍ਹਨਾ ਹੀ ਪਊਗਾ। ਦਾ ਹਿੰਦੂ ਅਤੇ ਟਾਈਮਸ ਆਫ ਇੰਡੀਆ ਇਹਨਾਂ ਦੇ ਰਿਪੋਰਟਰ ਵਜੋਂ ਕੰਮ ਕੀਤਾ, ਚੰਗੇ ਲੇਖਕ ਰਹੇ। ਬਹੁਤ ਅੱਛੀ ਗੱਲ ਹੈ ਬੱਚਿਓ ਇਹ
ਵੀ ਦਾ ਹਿੰਦੂ ਤੇ ਟਾਈਮਸ ਆਫ ਇੰਡੀਆ ਦਾ, ਕਿਉਂਕਿ ਇਹਦੇ ਨਾਲ ਕੀ ਹੈ, ਰਿਪੋਰਟ ਨਾਲ ਤੁਹਾਨੂੰ ਭਾਰਤ ਦੀਆਂ ਗਤੀਵਿਧੀਆਂ, ਆਪਣੀ ਭਾਰਤ ਦੇ ਲੋਕਾਂ ਬਾਰੇ, ਭਾਰਤ ਦੇ ਗਰਾਊਂਡ ਰੂਟ ਤੱਕ ਕੰਮ ਕਰਨ ਦਾ ਮੌਕਾ ਮਿਲਦਾ ਹੈ, ਉਹਨਾਂ ਦੀਆਂ ਪ੍ਰੋਬਲਮਾਂ ਜਾਣਨ ਦਾ ਮੌਕਾ ਮਿਲਦਾ ਹੈ। ਤਾਂ ਬੱਚੇ ਤੁਹਾਡੇ ਯਾਦ ਹੋ ਗਿਆ ਹੋਣਾ ਆਪਣਾ ਰਾਸ਼ਟਰਪਤੀ KR ਨਾਰਾਇਣਨ। ਬੱਚੋ 11ਵੇਂ ਰਾਸ਼ਟਰਪਤੀ ਡਾਕਟਰ APJ ਅਬਦੁਲ ਕਲਾਮ। ਭਾਵੇਂ ਬੱਚੋ ਵੱਡੀ ਹੋ ਜਾਊ ਵੀਡੀਓ, ਪਰ ਮੈਂ ਨਹੀਂ ਚਾਹੁੰਦਾ ਵੀ ਆਪਣੇ 3 ਰਾਸ਼ਟਰਪਤੀ 4 ਰਾਸ਼ਟਰਪਤੀ ਮੈਂ ਕਵਰ ਕਰ ਲਈਏ, ਤਾਂ ਕਿ ਤੁਹਾਨੂੰ ਭਵਿੱਖ ਦੇ ਵਿੱਚ ਦਿੱਕਤ ਨਾ ਆਵੇ। ਡਾਕਟਰ AJP ਅਬਦੁਲ ਕਲਾਮ ਬੱਚਿਓ 11ਵੇਂ ਰਾਸ਼ਟਰਪਤੀ ਸੀ ਆਪਣੇ। ਤਾਂ ਕਹਿ ਲਈਏ ਪਹਿਲੇ ਸਾਇੰਟਿਸਟ ਸੀ ਇਹ ਜਿਹੜੇ ਰਾਸ਼ਟਰਪਤੀ ਬਣੇ। ਡਾਕਟਰ AJP ਅਬਦੁਲ ਕਲਾਮ ਪਹਿਲੇ ਸਾਇੰਸਦਾਨ ਸੀ ਇਹ ਜੋ ਰਾਸ਼ਟਰਪਤੀ ਬਣੇ। ਬੱਚਿਓ ਇਹਨਾਂ ਨੂੰ ਮਿਜ਼ਾਈਲ ਮੈਨ ਆਫ ਇੰਡੀਆ ਕਿਹਾ ਜਾਂਦਾ। ਕੀ ਕਿਹਾ ਜਾਂਦਾ ਇਹਨੂੰ ਬੱਚਿਆਂ ਨੂੰ? ਮਿਜ਼ਾਈਲ ਮੈਨ ਆਫ ਇੰਡੀਆ। ਕਿਹੜੇ ਰਾਸ਼ਟਰਪਤੀ ਨੂੰ? ਆਪਣੇ 11ਵੇਂ ਰਾਸ਼ਟਰਪਤੀ ਕਿਹੜੇ? ਡਾਕਟਰ APJ ਅਬਦੁਲ ਕਲਾਮ। ਡਾਕਟਰ APJ ਅਬਦੁਲ ਕਲਾਮ। ਐਕਚੁਅਲੀ ਬੱਚਿਓ ਅਬੁਲ ਪਾਕਿਰ ਜੈਨਲੂਬੀਦਿਨ ਅਬਦੁਲ ਕਲਾਮ ਇਹਨਾਂ ਦਾ ਨਾਮ ਹੈ। ਇਹ ਡਾਕਟਰ APJ ਅਬਦੁਲ ਕਲਾਮ ਬੱਚਿਓ ਰਾਮਸਵਰਮ ਤਾਮਿਲਨਾਡੂ ਤੋਂ ਬਿਲੋਂਗ ਕਰਦੇ ਸੀ ਇਹ। ਡਾਕਟਰ APJ ਅਬਦੁਲ ਕਲਾਮ ਬੱਚਿਓ ਇਹਨਾਂ ਨੇ ISRO DRDO ਦੇ ਵਿੱਚ ਬਹੁਤ ਵੱਧ ਚੜ੍ਹ ਕੇ ਕੰਮ ਕੀਤਾ। ISRO ਮਤਲਬ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਹੈ ਬੱਚਿਓ ਇੱਕ ਆਪਣੀ ਪੂਰੇ ਭਾਰਤ ਦੀ। ਕਿਹੜੀ? ISRO ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਅਤੇ DRDO ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਬੱਚਿਓ ਇਹਦੇ ਵਿੱਚ ਇਹਨਾਂ ਨੇ ਬਹੁਤ ਕੰਮ ਕੀਤਾ। ਜੇ ਇਹਨਾਂ ਦੀ ਬਦੌਲਤ ਅੱਜ ਆਪਾਂ ਕਿੰਨੀਆਂ ਮਿਜ਼ਾਈਲਸ, ਕਿੰਨੇ ਆਪਣੀ ਡਿਫੈਂਸ ਵਾਸਤੇ ਕਿੰਨੀਆਂ ਹੀ ਆਪਾਂ ਹਥਿਆਰ ਡਿਵੈਲਪ ਕਰ ਲਏ ਤਾਂ ਕਿ ਕੋਈ ਦੁਸ਼ਮਣ ਆਪਣੇ ਦੇਸ਼ 'ਤੇ ਹਮਲਾ ਨਾ ਕੀਤੇ। ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਬੱਚਿਓ। ਇਹਨਾਂ ਨੇ PSLV ਸੈਟੇਲਾਈਟ ਲਾਂਚ ਵਹੀਕਲ 1993 ਦੇ ਵਿੱਚ ਲਾਂਚ ਕੀਤੀ ਸੀ ਬੱਚਿਓ। PSLV ਯਾਦ ਰੱਖਣਾ ਹੈ। ISRO DRDO PSLV। ਇੱਥੇ ਬੱਚਿਓ ਤੁਹਾਨੂੰ ਥੋੜ੍ਹਾ ਜਿਹਾ ਟੈਕਨੋਲੋਜੀ ਸ਼ਬਦ ਆਉਣਗੇ ਜਿਹੜੇ ਤੁਹਾਡੇ ਭਵਿੱਖ ਦੇ ਵਿੱਚ ਕੰਮ ਆਉਣਗੇ, ਉਹਨਾਂ ਦਾ ਧਿਆਨ ਰੱਖਣਾ। ISRO ਹੋ ਗਿਆ, DRD ਹੋ ਗਿਆ, PSLV ਹੋ ਗਿਆ। PSLV ਦਾ ਮਤਲਬ ਬੱਚਿਓ ਇੱਕ ਇਹ ਵਹੀਕਲ ਹੁੰਦਾ ਜਿੱਥੋਂ ਲਾਂਚ ਕੀਤੀ ਜਾਂਦੀ ਹੈ, ਸੈਟੇਲਾਈਟ ਲਾਂਚ ਕੀਤਾ ਜਾਂਦਾ ਹੈ। ਤਾਂ ਬੱਚਿਓ ਇੱਕ ਹੋਰ ਪੋਖਰਨ ਟੈਸਟ ਰੇਂਜ ਹੈ। ਪੋਖਰਨ ਸ਼ਾਇਦ ਮੇ ਵੀ ਰਾਜਸਥਾਨ ਦੇ ਵਿੱਚ ਹੈ ਬੱਚਿਓ। ਉੱਥੇ ਉਹ ਜਿਹੜੀ ਟੈਸਟਿੰਗ ਕੀਤੀ ਜਾਂਦੀ ਹੈ ਹਥਿਆਰਾਂ ਦੀ, ਮਿਜ਼ਾਈਲਾਂ ਦੀ, ਉੱਥੇ ਵੀ ਇਹਨਾਂ ਨੇ ਬਹੁਤ ਵੱਧ ਚੜ੍ਹ ਕੇ ਕੰਮ ਕੀਤਾ। ਅਤੇ ਇਹਨਾਂ ਨੇ ਬੱਚਿਓ ਸੁਖਾਈ ਯਾਦ ਰੱਖਿਓ, ਸੁਖਾਈ 30 ਫਾਈਟਰ ਪਲੇਨ ਉਡਾਏ ਸੀ 2006 ਦੇ ਵਿੱਚ। ਤਾਂ ਉਹਨਾਂ ਦੇ ਕਰਕੇ ਵੀ ਇਹਨਾਂ ਨੂੰ, ਕਿਉਂਕਿ ਇਹ ਖੁਦ ਜਦੋਂ ਬਚਪਨ ਦੇ ਵਿੱਚ 6ਵੀਂ ਕਲਾਸ ਦੇ ਵਿੱਚ ਵੀ ਇਹਨਾਂ ਨੇ ਮਿੱਥ ਲਿਆ ਸੀ ਵੀ ਮੈਂ ਕੀ ਬਣਨਾ ਚਾਹੁੰਦਾ? ਫਾਈਟਰ ਪਾਇਲਟ ਬਣਨਾ ਚਾਹੁੰਦਾ। ਤਾਂ ਬੱਚੋ ਇਹਨਾਂ ਸੁਪਨਾ ਹੀ ਰਿਹਾ। ਤਾਂ ਭਾਰਤ ਦੇ ਵਿੱਚ ਭਾਰਤ ਨੂੰ ਉਠਾਉਣ ਦੇ ਵਿੱਚ, ਭਾਰਤ ਨੂੰ ਡਿਵੈਲਪ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਜ਼ੋਰ ਲੱਗਾ ਸੀ। ਤਾਂ ਮੈਂ ਇਹਨਾਂ ਦਾ ਬਹੁਤ ਵੱਡਾ ਫੈਨ ਹਾਂ ਬੱਚਿਓ। ਤਾਂ ਇਸ ਤੋਂ ਬਾਅਦ ਬੱਚਿਓ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਇਹਨਾਂ ਨੂੰ ਮਿਜ਼ਾਈਲ ਮੈਨ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਨੇ ਇੰਡੀਜੀਨੀਅਸ ਗਾਈਡਡ ਮਿਜ਼ਾਈਲ, ਇੰਟਰਗ੍ਰੇਟਡ ਗਾਈਡਡ ਮਿਜ਼ਾਈਲ ਪ੍ਰੋਗਰਾਮ, ਜਾਂ ਆਪਾਂ ਕਹਿ ਲਈਏ SLV 3 ਫਸਟ ਸੈਟੇਲਾਈਟ ਲਾਂਚ ਵਹੀਕਲ, ਇਹ ਚੀਜ਼ਾਂ। ਅਤੇ ਇਹਨਾਂ ਦੇ ਫਾਊਂਡਰ ਵੀ ਕਿਹਾ ਜਾਂਦਾ ਬੱਚਿਓ ਇਹਨਾਂ ਨੂੰ, ਇਸੇ ਕਰਕੇ ਇਹਨੂੰ ਭਾਰਤ ਦਾ ਮਿਜ਼ਾਈਲ ਮੈਨ ਕਿਹਾ ਜਾਂਦਾ ਹੈ। SLV 3 ਦੇ ਤਾਂ ਇਹ ਡਾਇਰੈਕਟਰ ਵੀ ਰਹੇ ਨੇ। ਤਾਂ ਬੱਚਿਓ ਇਹ ਚੌਥੇ ਰਾਸ਼ਟਰਪਤੀ ਹੋਣਗੇ ਜਿਹਨਾਂ ਨੂੰ ਭਾਰਤ ਰਤਨ ਮਿਲਿਆ 1997 ਦੇ ਵਿੱਚ। ਪਦਮ ਭੂਸ਼ਣ ਮਿਲਿਆ, ਪਦਮ ਭੂਸ਼ਣ ਮਿਲਿਆ, ਦੋਨੇ ਪਦਮ ਭੂਸ਼ਣ ਮਿਲਿਆ, ਪਦਮ ਭੂਸ਼ਣ ਵੀ ਮਿਲਿਆ ਅਤੇ ਭਾਰਤ ਰਤਨ ਵੀ ਮਿਲਿਆ। ਅਤੇ ਬੱਚਿਓ ਇੱਕ ਹੋਰ ਇੰਡੀਅਨ ਇੰਸਟੀਚਿਊਟ ਆਫ ਸਪੇਸ ਸਾਇੰਸ ਦੇ, ਇੰਡੀਅਨ ਇੰਸਟੀਚਿਊਟ ਆਫ ਸਪੇਸ ਸਾਇੰਸ ਦੇ ਚਾਂਸਲਰ ਵੀ ਰਹੇ ਨੇ। ਤਾਂ ਇਹਨਾਂ ਦੇ ਬੱਚਿਓ ਜੇ ਤੁਹਾਨੂੰ ਮੌਕਾ ਮਿਲੇ, ਇਹਨਾਂ ਦੀਆਂ ਕਿਤਾਬਾਂ ਪੰਜਾਬੀ, ਹਿੰਦੀ ਸਾਰੀਆਂ ਲੈਂਗੁਏਜ ਦੇ ਵਿੱਚ ਛਪੀਆਂ ਹੋਈਆਂ ਨੇ, ਇੰਗਲਿਸ਼ ਦੇ ਵਿੱਚ ਵੀ ਛਪੀਆਂ ਹੋਈਆਂ ਨੇ। ਪੜ੍ਹਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹਨਾਂ ਨੇ ਆਪਣਾ ਪੂਰੇ ਦਾ ਪੂਰਾ ਜੀਵਨ ਬੱਚਿਆਂ 'ਤੇ, ਜਿਹੜਾ ਯੰਗ ਜਨਰੇਸ਼ਨ ਆ ਉਹਨਾਂ ਨੂੰ ਟ੍ਰੇਨ ਕਰਨ ਵਾਸਤੇ, ਉਹਨਾਂ ਨੂੰ ਸੁਧਾਰਨ ਵਾਸਤੇ ਬਹੁਤ ਜ਼ੋਰ ਲਾਇਆ। ਕਿਉਂਕਿ ਇਹੀ ਚਾਹੁੰਦੇ ਸੀ ਵੀ ਜਿਹੜਾ ਬੱਚੇ ਨੇ ਉਹੀ ਆਉਣ ਵਾਲਾ ਭਵਿੱਖ ਨੇ। ਤਾਂ ਇਹਨਾਂ ਦੀਆਂ ਕਿਤਾਬਾਂ ਜਿਹੜੀਆਂ ਆਪਣੇ ਭਾਰਤ ਨੂੰ ਵਿਕਸਿਤ ਕਰ ਸਕਦੀਆਂ ਨੇ,
ਉੱਚਾ ਚੁੱਕ ਸਕਦੇ ਨੇ, ਉਹਨਾਂ 'ਤੇ ਲਿਖੀਆਂ ਹੋਈਆਂ ਨੇ, ਉਹ ਪੜ੍ਹਨ ਦੀ ਕੋਸ਼ਿਸ਼ ਕਰਿਓ ਕਦੇ ਭਵਿੱਖ ਦੇ ਵਿੱਚ। ਤਾਂ ਇਸ ਤੋਂ ਬਾਅਦ ਬੱਚਿਓ ਆਪਣੇ ਅਗਲੇ ਰਾਸ਼ਟਰਪਤੀ ਨੇ ਪ੍ਰਤਿਭਾ ਸਿੰਘ ਪਾਟਿਲ। 2007 ਤੋਂ ਲੈ ਕੇ 2012 ਤੱਕ ਆਪਣੇ 12ਵੇਂ ਰਾਸ਼ਟਰਪਤੀ ਰਹੇ ਪ੍ਰਤਿਭਾ ਸਿੰਘ ਪਾਟਿਲ। ਬੱਚਿਓ ਪਹਿਲੀ ਔਰਤ ਰਾਸ਼ਟਰਪਤੀ, ਜੇ ਤੁਹਾਨੂੰ ਪੁੱਛੇ ਕੋਈ ਵੀ ਭਾਰਤ ਪਹਿਲੀ ਔਰਤ ਕੌਣ ਸੀ ਜੋ ਰਾਸ਼ਟਰਪਤੀ ਬਣੀ, ਉਹ ਹੈ ਪ੍ਰਤਿਭਾ ਪਾਟਿਲ। 2007 ਤੋਂ ਲੈ ਕੇ 2012 ਤੱਕ ਇਹਨਾਂ ਦਾ ਕਾਰਜਕਾਲ ਰਿਹਾ। ਬੱਚਿਓ ਇਸ ਤੋਂ ਪਹਿਲਾਂ ਇਹ ਰਾਜਸਥਾਨ ਦੇ ਗਵਰਨਰ ਰਹੇ ਸਨ, ਤਾਂ ਉੱਥੇ ਵੀ ਇਹਨਾਂ ਨੂੰ ਇਹੀ ਅਹੁਦਾ ਪ੍ਰਾਪਤ ਹੋਇਆ, ਉਪਾਧੀ ਮਿਲੀ ਵੀ ਰਾਜਸਥਾਨ ਦੀ ਪਹਿਲੀ ਮਹਿਲਾ ਗਵਰਨਰ ਵੀ ਪ੍ਰਤਿਭਾ ਪਾਟਿਲ ਹੀ ਰਹੀ। ਜਨਮ ਸਥਾਨ ਬੱਚਿਓ ਇਹਨਾਂ ਦਾ ਮਹਾਰਾਸ਼ਟਰ ਹੈ। 1962 ਦੇ ਵਿੱਚ ਵੀ ਇਹਨਾਂ ਨੇ ਕਾਂਗਰਸ ਜੁਆਇਨ ਕਰ ਲਈ ਸੀ। MLA ਰਹੇ, ਮਹਾਰਾਸ਼ਟਰ ਦੇ ਰਾਜ ਸਭਾ ਦੇ ਮੈਂਬਰ ਰਹੇ 1985 ਦੇ ਵਿੱਚ। ਤਾਂ ਇਹਨਾਂ ਨੂੰ ਭਾਰਤ ਦਾ ਰਾਸ਼ਟਰਪਤੀ ਪਹਿਲੀ ਮਹਿਲਾ ਔਰਤ ਦਾ ਅਹੁਦਾ ਮਿਲਿਆ 2007 ਦੇ ਵਿੱਚ, ਪ੍ਰਤਿਭਾ ਸਿੰਘ ਪਾਟਿਲ। ਇਸ ਤੋਂ ਬਾਅਦ ਬੱਚਿਓ 13ਵੇਂ ਰਾਸ਼ਟਰਪਤੀ ਆਪਣੇ ਪ੍ਰਣਬ ਮੁਖਰਜੀ। ਪ੍ਰਣਬ ਮੁਖਰਜੀ 2012 ਤੋਂ ਲੈ ਕੇ 17 ਤੱਕ। ਬੱਚਿਓ ਕਿਤਾਬਾਂ ਇਹਨਾਂ ਨੇ ਬਹੁਤ ਲਿਖੀਆਂ, ਆਫ ਦਾ ਟਰੈਕ, ਚੈਲੰਜ ਬਿਫੋਰ ਦਾ ਨੇਸ਼ਨ, ਸੇਗਾ ਆਫ ਦਾ ਸਟਰਗਲ ਐਂਡ ਸੈਕਰੀਫਾਈਸਿਸ, ਤੇ ਪਦਮ ਭੂਸ਼ਣ ਨਾਲ ਇਹ ਸਨਮਾਨਿਤ ਰਹੇ ਨੇ। ਤੇ ਬੱਚਿਓ ਇਹ ਵੈਸਟ ਬੰਗਾਲ ਤੋਂ ਬਿਲੋਂਗ ਕਰਦੇ ਸੀ। 1969 ਦੇ ਵਿੱਚ ਰਾਜ ਸਭਾ ਦੇ ਮੈਂਬਰ ਬਣੇ। ਇਸ ਤੋਂ ਬਾਅਦ ਫਿਰ 1975 ਦੇ ਵਿੱਚ ਵੀ, 1981 ਦੇ ਵਿੱਚ ਵੀ, 1993 ਦੇ ਵਿੱਚ ਵੀ, 1999 ਦੇ ਵਿੱਚ ਵੀ ਇਹ ਇਲੈਕਟਡ ਹੁੰਦੇ ਰਹੇ ਤੇ ਅਲੱਗ-ਅਲੱਗ ਭਾਰਤ ਦੀ ਸਰਕਾਰ ਦੀਆਂ ਪੋਸਟਾਂ ਵਿੱਚ ਇਹਨਾਂ ਨੇ ਕੰਮ ਕੀਤਾ। ਤਾਂ ਇਸ ਤੋਂ ਬਾਅਦ ਬੱਚਿਓ ਆਪਣੇ ਲਾਸਟ ਜਿਹੜੇ ਰਾਸ਼ਟਰਪਤੀ ਨੇ, 14ਵੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ। ਬੱਚੇ ਤੁਹਾਡੇ ਯਾਦ ਹੋਣਾ ਚਾਹੀਦਾ ਕੌਣ ਨੇ, ਰਾਮਨਾਥ ਕੋਵਿੰਦ 14ਵੇਂ ਰਾਸ਼ਟਰਪਤੀ ਨੇ ਆਪਣੇ। ਇਹ 2017 ਨੂੰ ਬਣੇ, ਤੁਹਾਨੂੰ ਪਤਾ ਹੀ ਹੈ, 25 ਜੁਲਾਈ 2017 ਨੂੰ। ਤੇ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਇਹ। ਬੱਚਿਓ LLB ਕਾਨਪੁਰ ਯੂਨੀਵਰਸਿਟੀ ਕੀਤੀ, LLB ਕੀਤੀ ਹੋਈ ਇਹਨਾਂ ਦੀ ਰਾਮਨਾਥ ਕੋਵਿੰਦ ਦੀ। ਸੁਪਰੀਮ ਕੋਰਟ ਦੇ ਵਿੱਚ 16 ਸਾਲ ਵਕੀਲ ਰਹਿ ਚੁੱਕੇ ਨੇ, ਹਾਈ ਕੋਰਟ ਦੇ ਵਿੱਚ ਵਕੀਲ ਰਹਿ ਚੁੱਕੇ ਨੇ। ਬੱਚਿਓ ਦੇਖੋ ਕਿੱਡੀ ਤਕੜੀ ਪਰਸਨੈਲਿਟੀ ਹੈ। ਬੱਚਿਓ ਆਪਣੀ ਇਸ ਤੋਂ ਪਹਿਲਾਂ ਲੋਕ ਸਭਾ ਦੇ ਸਪੀਕਰ ਰਹਿ ਚੁੱਕੀ ਮੀਰਾ ਕੁਮਾਰੀ ਨੂੰ ਹਰਾਇਆ ਇਹਨਾਂ ਨੇ। ਬਹੁਤ ਅੱਛੀ ਪਰਸਨੈਲਿਟੀ ਮੀਰਾ ਕੁਮਾਰੀ। ਬੱਚਿਓ ਉਹਨਾਂ ਨੂੰ ਹਰਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ, ਪਰ ਉਹਨਾਂ ਨੂੰ ਹਰਾ ਕੇ ਇਹਨਾਂ ਨੇ ਰਾਸ਼ਟਰਪਤੀ ਦਾ ਅਹੁਦਾ ਪ੍ਰਾਪਤ ਕੀਤਾ। ਰਾਜ ਸਭਾ ਦਾ ਮੈਂਬਰ ਵੀ ਰਹਿ ਚੁੱਕੇ ਨੇ ਬੱਚਿਓ ਇਹ ਉੱਤਰ ਪ੍ਰਦੇਸ਼ ਤੋਂ। ਤੇ ਇਸ ਤੋਂ ਬਾਅਦ ਪਹਿਲਾਂ ਇਹ 2002 ਵਿੱਚ UN ਜਨਰਲ ਅਸੈਂਬਲੀ ਵਿੱਚ ਭਾਰਤ ਵੱਲੋਂ ਰੀਪ੍ਰਜੈਂਟ ਕੀਤਾ ਇਹਨਾਂ ਨੇ। UN ਅਸੈਂਬਲੀ ਬੱਚਿਓ ਬਹੁਤ ਤਕੜੀ ਗੱਲ ਹੁੰਦੀ ਹੈ। ਜਨਮ ਇਹਨਾਂ ਦਾ 1 ਅਕਤੂਬਰ 1945 ਦੇ ਵਿੱਚ ਕਾਨਪੁਰ ਦੇ ਵਿੱਚ ਹੋਇਆ। ਇਹ ਬੱਚੇ ਤੁਹਾਡੇ ਫੈਕਟ ਯਾਦ ਹੋਣੇ ਚਾਹੀਦੇ ਨੇ ਕਿਸ ਬਾਰੇ, ਰਾਮਨਾਥ ਕੋਵਿੰਦ ਬਾਰੇ, ਜੋ ਕਿ ਆਪਣੇ 14ਵੇਂ ਰਾਸ਼ਟਰਪਤੀ ਨੇ। ਮੇ ਵੀ ਬੱਚੇ ਤੁਹਾਨੂੰ ਰਾਸ਼ਟਰਪਤੀ ਯਾਦ ਹੋਣਗੇ। ਤਾਂ ਇਸ ਤੋਂ ਬਾਅਦ ਬੱਚੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਬਸ ਜਿਹੜੇ ਐਕਟਿੰਗ ਪ੍ਰੈਜ਼ੀਡੈਂਟ ਸੀ, ਐਕਟਿੰਗ ਪ੍ਰੈਜ਼ੀਡੈਂਟ ਦਾ ਮਤਲਬ ਇਹੀ ਹੁੰਦਾ ਬੱਚਿਓ ਵੀ ਜੋ ਆਪਣੇ ਰਾਸ਼ਟਰਪਤੀ ਕਿਸੇ ਕਾਰਨ ਮੌਤ ਹੋ ਜਾਏ ਜਾਂ ਉਹਦਾ ਛੱਡ ਜਾਵੇ, ਤਾਂ ਉਸ ਤੋਂ ਬਾਅਦ ਜਿੰਨਾ ਤੱਕ ਅਗਲੇ ਰਾਸ਼ਟਰਪਤੀ ਚੋਣ ਨਹੀਂ ਹੁੰਦੀ, ਉਹ ਕਾਰਜਕਾਰੀ ਤੌਰ 'ਤੇ ਸੇਵਾ ਨਿਭਾਉਂਦੇ ਨੇ। ਤਾਂ ਉਹਦੇ ਵਿੱਚ ਬੱਚਿਓ 2 ਰਾਸ਼ਟਰਪਤੀ ਯਾਦ ਰੱਖਣੇ ਆ, 3 VV ਗਿਰੀ, ਮੁਹੰਮਦ ਹਿਦਾਇਤੁੱਲਾ ਤੇ VD ਚੱਟੀ। ਮੁਹੰਮਦ ਹਿਦਾਇਤੁੱਲਾ ਬੱਚੇ ਤੁਹਾਡੇ ਸਾਹਮਣੇ ਸਕਰੀਨ 'ਤੇ ਹੈ। ਇਹ 2 ਵਾਰੀ ਐਕਟਿੰਗ ਪ੍ਰੈਜ਼ੀਡੈਂਟ ਰਹੇ ਨੇ, ਕਾਰਜਕਾਰੀ ਪ੍ਰੈਜ਼ੀਡੈਂਟ ਨੇ। ਐਕਚੁਅਲੀ ਬੱਚਿਓ ਇਹ ਨਾ ਇਹ ਯਾਨੀ ਕਿ ਐਕਟਿੰਗ ਪ੍ਰੈਜ਼ੀਡੈਂਟ ਤੋਂ ਪਹਿਲਾਂ ਇਹ ਚੀਫ ਜਸਟਿਸ ਆਫ ਇੰਡੀਆ ਸੀ। ਚੀਫ ਜਸਟਿਸ ਆਫ ਇੰਡੀਆ ਸੀ ਬੱਚਿਓ ਇਹ। ਕੌਣ? ਮੁਹੰਮਦ ਹਿਦਾਇਤੁੱਲਾ। 1969 ਦੇ ਵਿੱਚ ਵੀ ਇਹ ਐਕਟਿੰਗ ਕਾਰਜਕਾਰੀ ਉਪ ਰਾਸ਼ਟਰਪਤੀ ਰਹੇ ਤੇ ਇਸ ਤੋਂ ਬਾਅਦ 1982 ਦੇ ਵਿੱਚ ਵੀ ਇਹ ਕਾਰਜਕਾਰੀ ਆਪ ਰਾਸ਼ਟਰਪਤੀ ਨਹੀਂ ਬਣੇ। ਕਈ ਵਾਰੀ ਬੱਚੇ ਭੁਲੇਖਾ ਖਾ ਜਾਂਦੇ ਨੇ ਵੀ ਇਹ ਰਾਸ਼ਟਰਪਤੀ ਸਨ, ਨਹੀਂ, ਇਹ ਰਾਸ਼ਟਰਪਤੀ ਨਹੀਂ ਸਨ। ਤੇ ਦੂਸਰਾ ਬੱਚਿਓ ਅਗਲੀ VD ਚੱਟੀ। ਬੱਚਿਓ ਇਹ ਵੀ ਆਪਣੇ ਵਾਈਸ ਪ੍ਰੈਜ਼ੀਡੈਂਟ ਰਹੇ ਨੇ ਤੇ ਕਾਰਜਕਾਰੀ ਰਾਸ਼ਟਰਪਤੀ ਵੀ ਰਹੇ ਨੇ 1977 ਦੇ ਵਿੱਚ। 5ਵੇਂ ਆਪਣੇ ਵਾਈਸ ਪ੍ਰੈਜ਼ੀਡੈਂਟ ਸੀ ਇਹ, ਕਰਨਾਟਕਾ ਤੋਂ ਬਿਲੋਂਗ ਕਰਦੇ ਸੀ।
ਤਾਂ ਆਸ ਹੈ ਬੱਚਿਓ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ। ਧੰਨਵਾਦ।